ਚੋਪਈ ਸੈਤ ਅਰਥ ਕੇ ਸ਼ਬਦ ਬਖਾਨਾ, ਸੁਨ ਪੰਡਤ ਹਾਨਿਓ ਨਿਜ ਮਾਨਾ। ਮੁਨ ਸਭ ਹੋਏ ਵਿਚਾਰਨ ਲਾਗਾ, ਉਚਰਤ ਸਤ ਕਰਤ ਅਨੁਰਾਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰਦੇਵ, ਜਿਸ ਸੰਗ ਹਰ ਜਪੇ, ਗੁਰ ਕਿਰਪਾਲ ਜਬ ਭਏ, ਤਾਂ ਅਵਗੁਣ ਸਭ ਛਪੇ। ਕਿਰਪਾਲੂ ਕਿਰਪਾ ਨਿਧਾਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਪਵਿੱਤਰ ਇਤਿਹਾਸਿਕ ਅਸਥਾਨ ਤੇ ਗੁਰਤਾ ਗੱਦੀ ਤੇ ਵਿਰਾਜਮਾਨ, ਆਗਿਆ ਭਈ ਅਕਾਲ ਕੀ, ਤਬੀ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੋਦ ਵਿਖੇ ਵਿਰਾਜਮਾਨ ਪਰਮ ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਜੀ ਵਡਭਾਗੇ ਹੋ ਕਿ ਨਿਤਾ ਪ੍ਰਤੀ ਸ਼ਾਮ ਦੇ ਦੀਵਾਨਾਂ ਵਿਖੇ ਹਾਜ਼ਰੀਆਂ ਭਰਦੇ ਹੋਏ ਗੁਰ ਇਤਿਹਾਸ ਦੀ ਪਾਵਨ ਵਿਚਾਰ ਸ਼ਰਵਣ ਕਰਦੇ ਹੋ। ਪਿਛਲੇ ਪ੍ਰਕਰਣਾਂ ਵਿਖੇ ਆਪ ਜੀ ਨੇ ਸ਼ਰਵਣ ਕੀਤਾ ਹੈ ਕਿ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ, ਜਿਹੜੇ ਸਭਨਾਂ ਨੂੰ ਸਰਬ ਸਾਂਝਾ ਉਪਦੇਸ਼ ਬਖਸ਼ਿਸ਼ ਕਰਦੇ ਹਨ। ਸਤਿਗੁਰੂ ਸਾਹਿਬ ਜੀ ਨੇ ਬੇਣੀ ਪੰਡਤ ਨੂੰ ਇੱਕ ਸ਼ਬਦ ਦੁਆਰਾ ਸਿੱਖਿਆ ਬਖਸ਼ੀ। ਮਲਾਰ ਰਾਗ ਦਾ ਇਹ ਪਾਵਨ ਸ਼ਬਦ ਕਿ ਪੰਡਤ ਜੀ, ਗਿਆਨੀ ਜੀ, ਰੱਬ ਦੇ ਪਿਆਰਿਓ, ਸਭਨਾਂ ਦੇ ਪਰਥਾਏ ਹੈ। ਕੇਵਲ ਪੰਡਤ ਬੇਣੀ ਪ੍ਰਸਾਦ ਨਹੀਂ, ਸਭਨਾਂ ਦੇ ਪਰਥਾਏ ਸਾਂਝਾ ਉਪਦੇਸ਼ ਕਿ ਗੁਰਮੁਖ ਪਿਆਰਿਓ, ਇਸ ਮਨ ਨੂੰ ਪਛਾਣੋ। ਸਰੀਰ ਨੂੰ ਤਾਂ ਸਾਰੇ ਵੇਖਦੇ ਹੋ, ਸਰੀਰ ਦੇ ਰੰਗ ਢੰਗ ਵੱਖਰੇ, ਨੈਣ ਨਕਸ਼ ਵੱਖਰੇ, ਪਰ ਮਨ ਕੀ ਹੈ? ਇਹ ਮਨ ਗ੍ਰਸਤੀ ਹੈ ਜਾਂ ਉਦਾਸੀ ਹੈ? ਇਹ ਮਨ ਅਵਰਣ ਹੈ ਜਾਂ ਅਬਨਾਸ਼ੀ ਹੈ? ਇਸ ਮਨ ਨੂੰ ਮਮਤਾ ਕਿੱਥੋਂ ਲੱਗੀ? ਇਹ ਮਨ ਹੈ ਕੀ? ਇਹਦਾ ਸਰੂਪ ਕੀ ਹੈ? ਸਤਿਗੁਰੂ ਸਾਹਿਬ ਜੀ ਨੇ ਇਸ ਮਨ ਬਾਰੇ ਸਿੱਖਿਆ ਬਖਸ਼ੀ ਹੈ। ਗੁਰਬਾਣੀ ਵਿੱਚ ਸਭ ਸਿੱਖਿਆ ਜ਼ਿਆਦਾਤਰ ਮਨ ਪਰਥਾਏ ਹੈ ਕਿ ਜਿਨ੍ਹਾਂ ਨੇ ਮਨ ਨੂੰ ਸਾਧ ਲਿਆ ਉਹ ਸਾਧ, ਉਹ ਗੁਰਮੁਖ, ਪਰ ਮਨ ਟਿਕਦਾ ਨਹੀਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਬਹੂ ਜੀੜਾ ਊਬ ਚੜਤ ਹੈ, ਕਬਹੂ ਜਾਏ ਪਿਆਲੇ। ਇਹ ਮਨ ਨੂੰ ਅਨੇਕਾਂ ਨਾਮ ਗੁਰਬਾਣੀ ਵਿਖੇ ਬਖਸ਼ਿਸ਼ ਕੀਤੇ ਕਿ ਮਨ ਜੀੜਾ ਵੀ ਹੈ, ਦਿਲ ਵੀ ਹੈ, ਅਨੇਕਾਂ ਨਾਮ, ਪਰ ਟਿਕਦਾ ਨਹੀਂ, ਚੰਚਲ ਹੈ। ਜਿਹੜਾ ਪਿੱਪਲ ਦੇ ਪੱਤੇ ਵਾਂਗ ਹਮੇਸ਼ਾ ਚੱਲਦਾ ਰਹਿੰਦਾ, ਹਿਲਦਾ ਰਹਿੰਦਾ ਹੈ। ਕਦੀ ਧਿਆਨ ਨਾਲ ਵੇਖਣਾ ਕਿ ਪਿੱਪਲ ਦਾ ਪੱਤਾ ਹਵਾ ਨਾਲ ਹਮੇਸ਼ਾ ਹਿਲਦਾ ਰਹਿੰਦਾ ਹੈ। ਹਵਾ ਬਿਲਕੁਲ ਮੱਧਮ ਚੱਲੇ ਤਾਂ ਵੀ ਹਿਲਦਾ ਰਹੇਗਾ, ਟਿਕੇਗਾ ਨਹੀਂ। ਆਮ ਵਾਤਾਵਰਣ ਵਿਖੇ ਹਵਾ ਚੱਲਦੀ ਰਹਿੰਦੀ ਹੈ, ਪੱਤਾ ਟਿਕਦਾ ਨਹੀਂ। ਇਸੇ ਤਰ੍ਹਾਂ ਇਸ ਮਨ ਨੂੰ ਮਾਇਆ ਦੀ ਹਵਾ ਹਰ ਵੇਲੇ ਵਿਆਪਦੀ ਰਹਿੰਦੀ ਹੈ। ਮਾਇਆ ਦੀ ਹਵਾ ਕਰਕੇ ਮਨ ਹਰ ਵੇਲੇ ਚੰਚਲ ਦੌੜਿਆ ਫਿਰਦਾ ਹੈ।
ਦਸਾਂ ਪਾਤਸ਼ਾਹਾਂ ਵਿਖੇ ਇਹ ਮਨ ਦੌੜੀ ਜਾ ਰਿਹਾ, ਟਿਕ ਕੇ ਨਹੀਂ ਬਹਿੰਦਾ। ਕਬਹੂ ਜੀੜਾ ਊਬ ਚੜ੍ਹਤਾ, ਕਦੀ ਤਾਂ ਇਹ ਮਨ ਉੱਤੇ ਚੜ ਗਿਆ। ਉੱਤੇ ਭਾਵ ਦਸਵੇਂ ਦਵਾਰ ਦੀਆਂ ਗੱਲਾਂ ਕਰਦਾ, ਗੁਰਬਾਣੀ ਦੀਆਂ ਗੱਲਾਂ ਕਰਦਾ, ਰੱਬ ਦੀ ਵਿਚਾਰਾਂ ਕਰਦਾ। ਮਨ ਦੀ ਸਮਾਧੀ ਐਸੀ ਜੁੜੀ ਜੋਤੀ ਨਾਲ ਕਿ ਮਨ ਹੁਣ ਜੋਤੀ ਸਰੂਪ ਬਣ ਗਿਆ। ਕਬਹੂ ਜਾਏ ਪਿਆਲੇ, ਤੇ ਕਦੀ ਸਾਡਾ ਮਨ ਲੋ ਲੈਵਲ ਦੀਆਂ ਗੱਲਾਂ ਕਰਦਾ, ਠਾਹ ਦੀਆਂ ਗੱਲਾਂ, ਨੀਵੇਂ ਦੀਆਂ ਗੱਲਾਂ, ਭੈੜੀਆਂ ਗੱਲਾਂ। ਇਹ ਮਨ ਹੀ ਹੈ ਜਿਹੜਾ ਕੁਝ ਸੋਚ ਰਿਹਾ ਹੈ, ਸੰਕਲਪ ਵਿਕਲਪ ਕਰ ਰਿਹਾ ਹੈ। ਇਹ ਮਨ ਦੀ ਬਿਰਤੀ ਹੈ। ਇਸ ਮਨ ਨੂੰ ਜਿਸ ਨੇ ਪਕੜ ਲਿਆ ਉਹ ਬਣ ਗਿਆ ਪੰਡਤ, ਉਹ ਬਣ ਗਿਆ ਜੋਗੀ, ਉਹ ਬਣ ਗਿਆ ਗੁਰਸਿੱਖ, ਉਹ ਬਣ ਗਿਆ ਸੰਨਿਆਸੀ, ਉਹ ਰੱਬ ਦਾ ਪਿਆਰਾ ਸੰਤ ਉਹੀ ਹੈ। ਜਿਨ੍ਹਾਂ ਨੇ ਮਨ ਨੂੰ ਕਾਬੂ ਕਰ ਲਿਆ ਉਹਨਾਂ ਨੇ ਹਰ ਇੱਕ ਤੇ ਫਤਿਹ ਪਾ ਲਈ। ਮਨ ਜੀਤੈ ਜਗਜੀਤ। ਕਿ ਰੱਬ ਦੇ ਪਿਆਰਿਓ, ਪੰਡਤ ਜੀ, ਇਸ ਮਨ ਨੂੰ ਕਾਬੂ ਕਰਨਾ ਹੈ। ਵੇਦ ਸ਼ਾਸਤਰ ਪੜ੍ਹ ਲਏ ਤਾਂ ਕੀ ਹੋਇਆ? ਮਨ ਅਹੰਕਾਰੀ ਬਣ ਗਿਆ, ਮਨ ਨੂੰ ਸ਼ਾਂਤੀ ਤਾਂ ਨਹੀਂ ਆਈ। ਕਿਆ ਪੜ੍ਹੀਐ ਕਿਆ ਗੁਨੀਐ, ਕਿਆ ਵੇਦ ਪੁਰਾਨਾ ਸੁਣੀਐ, ਪੜ੍ਹੇ ਸੁਨੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਸਹਿਜ ਤਾਂ ਆਇਆ ਨਹੀਂ, ਟਿਕਾ ਤਾਂ ਆਇਆ ਨਹੀਂ, ਆਨੰਦ ਆਇਆ ਨਹੀਂ। ਇਹ ਪੜ੍ਹਨਾ ਸੁਣਨਾ ਬਿਰਥ ਹੈ। ਪੜ੍ਹੋ ਜ਼ਰੂਰ, ਸੁਣੋ ਜ਼ਰੂਰ, ਪਰ ਮਨ ਨੂੰ ਸਮਝਾਉਣ ਖਾਤਰ। ਗਿਆਨ ਕਮਾਣਾ ਹੈ, ਗਿਆਨ ਤਾਂ ਕਮਾਣਾ ਕਿ ਮਨ ਸਮਝ ਜਾਵੇ। ਗਿਆਨੈ ਕਾਰਨ ਕਰਮ ਅਭਿਆਸ, ਗਿਆਨ ਪਹਿਤੈ ਕਰਮੈ ਨਾਸ। ਥੋੜਾ ਵੀ ਗਿਆਨ ਪੜ੍ਹਨਾ, ਮਨ ਸਮਝਾਵਨ ਕਾਰਣੇ ਕਛੂਕ ਪੜ੍ਹੀਐ ਗਿਆਨ। ਜਿਤਨਾ ਗਿਆਨ ਮਿਲ ਜਾਵੇ ਉਸ ਗਿਆਨ ਦੁਆਰਾ ਮਨ ਨੂੰ ਸਮਝਾਉਣਾ ਹੈ। ਜਿਨ੍ਹਾਂ ਨੇ ਸਮਝਾ ਲਿਆ ਉਹ ਰੱਬ ਦੇ ਪਿਆਰੇ, ਉਹੀ ਗੁਰਸਿੱਖ, ਉਹੀ ਸੰਤ ਮਹਾਂਪੁਰਸ਼ ਹਨ। ਤੇ ਆਓ ਸਾਰੇ ਗੁਰਮੁਖ ਪਿਆਰੇ, ਸਤਿਗੁਰੂ ਸਾਹਿਬ ਜੀ ਦੀ ਸਿੱਖਿਆ ਦੁਆਰਾ ਪੰਡਤ ਬੇਣੀ ਪ੍ਰਸ਼ਾਦ ਤੇ ਕੀ ਅਸਰ ਪਿਆ ਹੈ, ਅਸੀਂ ਵੀ ਪਰਖੀਏ ਕਿ ਸਾਡੇ ਮਨ ਤੇ ਕੱਲ ਦੀ ਕਥਾ ਦਾ ਕੀ ਅਸਰ ਪਿਆ। ਕਥਾ ਰੋਜ਼ ਸੁਣਦੇ ਆ ਰਹੇ ਹਾਂ, ਰੋਜ਼ ਕਰਦੇ ਆ ਰਹੇ ਹਾਂ, ਪਰ ਅਸਰ ਤਾਂ ਕੋਈ ਨਹੀਂ ਪੈ ਰਿਹਾ। ਸਤਿਗੁਰੂ ਬਖਸ਼ਿਸ਼ ਕਰਨ ਇਸ ਪਾਵਨ ਸ਼ਬਦ ਦੀ ਵਿਚਾਰ ਅਤੇ ਗੁਰੂ ਦੇ ਇਤਿਹਾਸ ਦੀ ਕਥਾ ਦਾ ਅਸਰ ਸਾਡੇ ਮਨ ਤੇ ਪਵੇ। ਆਓ ਅਰਦਾਸ ਬੇਨਤੀ ਕਰਦੇ ਹੋਏ ਅਗਲੀ ਪਾਵਨ ਵਿਚਾਰ ਸਤਿਗੁਰਾਂ ਤੋਂ ਸ਼ਰਵਣ ਕਰੀਏ ਜੀ। ਸਾਰੇ ਗੁਰਮੁਖ ਪਿਆਰੇ ਆਪਣੀ ਸੁਰਤੀ ਬਿਰਤੀ ਕਾਗਰ ਕਰਦੇ ਹੋਏ ਸ਼ਰਧਾ ਸਤਿਕਾਰ ਨਾਲ ਗੱਜ ਵੱਜ ਕੇ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਸੈਤ ਅਰਥ ਕੇ ਸ਼ਬਦ ਬਖਾਨਾ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਅਰਥਾਂ ਦੇ ਸਹਿਤ ਇਸ ਸ਼ਬਦ ਨੂੰ ਬਿਆਨ ਕੀਤਾ ਕਿ ਪਹਿਲੇ ਬੰਦਾ ਵਿਖੇ ਕੁਝ ਪ੍ਰਸ਼ਨ ਹੈ ਕਿ ਮਨ ਬੈਰਾਗੀ ਹੈ, ਉਦਾਸੀ ਹੈ, ਵੀ ਹੈ ਕਿ ਅੱਗੇ ਉੱਤਰ ਵੀ ਦੇਤਾ ਕਿ ਮਨ ਨੂੰ ਮਮਤਾ ਕਿੱਥੋਂ ਲੱਗੀ। ਸਤਿਗੁਰੂ ਜੀ ਆਖਦੇ ਕਿ ਇਹ ਮਮਤਾ ਮੋਹ ਪਰਮਾਤਮਾ ਨੇ ਆਪ ਲਾਈ ਹੈ, ਕੋਈ ਹੋਰ ਲਗਾਉਣ ਵਾਲਾ ਨਹੀਂ। ਜਿਹੜਾ ਗੁਰਸਿੱਖ ਰੱਬ ਦੇ ਹੁਕਮ ਵਿਖੇ ਤੁਰਦਾ ਹੈ ਉਹਨੂੰ ਸਮਝ ਆਉਂਦੀ ਹੈ। ਮਾਇਆ ਮਮਤਾ ਕਰਤੈ ਲਾਈ, ਇਹ ਮਾਇਆ ਰੂਪੀ ਮਮਤਾ ਪਰਮਾਤਮਾ ਨੇ ਆਪ ਲਗਾਈ ਹੈ। ਇਸ ਤਰ੍ਹਾਂ ਅਰਥ ਸਹਿਤ ਸਤਿਗੁਰੂ ਸਾਹਿਬ ਜੀ ਨੇ ਇਹ ਪਾਵਨ ਸ਼ਬਦ ਉਚਾਰਿਆ ਹੈ। ਸੁਨ ਪੰਡਤ ਹਾਨਿਓ ਨਿਜ ਮਾਨਾ। ਜਦੋਂ ਪੰਡਤ ਬੇਣੀ ਪ੍ਰਸ਼ਾਦ ਨੇ ਇਹ ਪਾਵਨ ਸ਼ਬਦ ਸੁਣਿਆ ਹੈ ਤੇ ਉਹਦੇ ਮਨ ਦਾ ਅਹੰਕਾਰ ਦੂਰ ਹੋ ਗਿਆ ਹੈ। ਮਨ ਸਭ ਹੋਏ ਵਿਚਾਰਨ ਲਾਗਾ। ਇੱਕ ਤਾਂ ਸਿਆਣਾ ਸੀ, ਵਿਦਵਾਨ ਸੀ, ਨਿਆਏ ਸ਼ਾਸਤਰ ਪੜ੍ਹਿਆ ਸੀ ਤੇ ਇਹਨਾਂ ਵਿਦਵਾਨਗੀ ਕਰਕੇ, ਨਿਆਏ ਸ਼ਾਸਤਰ ਕਰਕੇ
ਉਸ ਨੂੰ ਉਹ ਅਰਥ ਚੰਗੀ ਤਰ੍ਹਾਂ ਸਮਝ ਆ ਗਿਆ। ਉਚਰਤ ਸਤਿ ਕਰਤ ਅਨੁਰਾਗਾ। ਤੇ ਮਨ ਵਿਖੇ ਵਿਚਾਰ ਵੀ ਕਰ ਰਿਹਾ ਹੈ। ਸਤਿਗੁਰੂ ਸਾਹਿਬ ਜੀ ਨੇ ਸੱਚ ਆਖਿਆ, ਕੋਈ ਝੂਠ ਨਹੀਂ ਆਖਿਆ, ਕਿ ਸਭ ਪਵਾੜੇ ਦੀ ਜੜ ਮਨ ਹੀ ਹੈ। ਜੋ ਵੀ ਕੰਮ ਕਰ ਰਿਹਾ ਹੈ ਇਹ ਮਨ ਪਰਥਾਏ ਹੋ ਰਿਹਾ ਹੈ। ਸਤਿਗੁਰੂ ਜੀ ਸੱਤ ਆਖਦੇ ਹਨ ਤੇ ਇਹ ਵਿਚਾਰ ਸੁਣ ਕੇ ਪੰਡਤ ਜੀ ਦੇ ਮਨ ਵਿਖੇ ਪ੍ਰੇਮ ਜਾਗ ਪਿਆ ਹੈ। ਕਿਰਪਾ ਦ੍ਰਿਸ਼ਟ ਪੁਨ ਗੁਰ ਨੇ ਕੀਨਸ। ਇੱਕ ਤਾਂ ਅੰਦਰਲਾ ਗਿਆਨ ਜਾਗ ਪਿਆ, ਦੂਜਾ ਫਿਰ ਗੁਰੂ ਦੀ ਕਿਰਪਾ ਦ੍ਰਿਸ਼ਟੀ, ਕਿਰਪਾ ਕਟਾਖ ਅਵਲੋਕਨ ਕੀਨੋ, ਦਾਸ ਕਾ ਦੁਖ ਬਿਦਾਰਿਓ, ਦੁੱਖ ਹੀ ਦੂਰ ਕਰਤਾ। ਸਤਿਗੁਰੂ ਸਾਹਿਬ ਜੀ ਨੇ ਸ਼ਬਦ ਦੁਆਰਾ ਉਸ ਪੰਡਤ ਤੇ ਬਖਸ਼ਿਸ਼ ਕੀਤੀ ਹੈ। ਅੰਤਰ ਬ੍ਰਿਤੀ ਹੋਏ ਸੁਖ ਚੀਨਸ। ਬਸ ਕਿਰਪਾ ਕਰਨ ਦੀ ਦੇਰ ਸੀ ਕਿ ਪੰਡਤ ਬੇਣੀ ਪ੍ਰਸ਼ਾਦ ਦੀ ਅੰਤਰ ਬਿਰਤੀ ਜੁੜ ਗਈ। ਅਸੀਂ ਤਾਂ ਬਿਰਤੀਆਂ ਬਾਹਰ ਜੋੜਦੇ ਆ ਕਿ ਬਾਹਰ ਵੇਖੀਏ ਬਾਹਰ ਕੀ ਹੁੰਦਾ ਹੈ, ਪਰ ਜਿਹੜੇ ਵਿਦਵਾਨਵਾਨ ਰੱਬ ਦੇ ਪਿਆਰੇ ਉਹ ਅੰਦਰ ਖੋਜਦੇ। ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ, ਪੀਪਾ ਪ੍ਰਣਵੈ ਪਰਮ ਤਤ ਹੈ, ਸਤਿਗੁਰ ਹੋਏ ਲਖਾਵੈ। ਜਿਹੜਾ ਬਾਹਰ ਵਰਤਾਰਾ ਹੈ ਇਹ ਸਾਰਾ ਵਰਤਾਰਾ ਇਸ ਹਿਰਦੇ ਵਿਖੇ ਹੈ, ਅੰਦਰ ਆਤਮੇ ਵਿਖੇ ਸਭ ਬ੍ਰਹਮ ਪਸਰਿਆ ਹੋਇਆ ਹੈ। ਪੰਡਤ ਨੂੰ ਇਹ ਸੋਝੀ ਆਈ, ਗੁਰੂ ਦੀ ਕਿਰਪਾ ਸਦਕਾ ਉਹਦੀ ਅੰਤਰ ਅਵਸਥਾ ਵਿਖੇ ਬਿਰਤੀ ਜੁੜ ਗਈ ਹੈ। ਜਨਮ ਜਨਮ ਕੋ ਸੁਪਤੇ ਜਗਾਇਓ। ਜਨਮ ਜਨਮ ਕੀ ਸੋਈ ਜਾਗੀ। ਕਿਰਪਾ ਦ੍ਰਿਸ਼ਟੀ ਹੋਣੀ ਸੀ, ਕੋਈ ਪੁਰਬਲਾ ਕਰਮ ਜਾਗ ਪਿਆ, ਜਨਮਾਂਤਰਾਂ ਦੀ ਸੋਝੀ ਹੋ ਗਈ। ਜੋ ਪੁਰਾਣਾ ਗਿਆਨ ਭੁੱਲਿਆ ਹੋਇਆ ਸੀ ਉਹ ਵਿਸਰ ਆ ਗਿਆ ਚੇਤੇ। ਇੱਕ ਗ੍ਰੰਥ ਅਧਿਆਤਮ ਪ੍ਰਕਾਸ਼, ਤੇ ਉਥੇ ਗ੍ਰੰਥ ਕਰਤਾ ਜੀ ਫਰਮਾਨ ਕਰਦੇ ਕਿ ਅਗਿਆਨ ਕਰਕੇ ਆਪਣਾ ਸਰੂਪ ਭੁੱਲ ਗਿਆ। ਆਪਣਾ ਸਰੂਪ ਕੀ ਹੈ? ਆਤਮ ਸਰੂਪ, ਪ੍ਰਕਾਸ਼ ਸਰੂਪ, ਉਹ ਭੁੱਲ ਗਿਆ ਅਗਿਆਨ ਕਰਕੇ। ਜਦੋਂ ਗੁਰੂ ਦੀ ਕਿਰਪਾ ਸਦਕਾ ਗਿਆਨ ਹੋਇਆ ਤੇ ਉਦੋਂ ਆਪਣੇ ਸਰੂਪ ਦੀ ਸੋਝੀ ਆਈ ਕਿ ਮੈਂ ਕੌਣ ਆ। ਕੌਣ ਆ? ਸਰੀਰ ਆ, ਬੁੱਧੀ ਆ, ਪ੍ਰਾਣ ਹਾਂ, ਜਾਂ ਮਨ ਹਾਂ, ਜਾਂ ਫਿਰ ਜੋਤੀ ਸਰੂਪ ਆਤਮ ਪ੍ਰਕਾਸ਼ ਆ। ਇਹ ਸੋਝੀ ਗੁਰੂ ਦੀ ਕਿਰਪਾ ਸਦਕਾ ਆਉਂਦੀ ਹੈ। ਜਿਨ੍ਹਾਂ ਜਿਨ੍ਹਾਂ ਨੂੰ ਗੁਰੂ ਦੀ ਕਿਰਪਾ ਸਦਕਾ ਗਿਆਨ ਹੋਇਆ ਉਹਨਾਂ ਨੂੰ ਸੋਝੀ ਆ ਗਈ। ਅੱਜ ਪੰਡਤ ਤੇ ਸਤਿਗੁਰੂ ਨੇ ਬਖਸ਼ਿਸ਼ ਕੀਤੀ ਕਿ ਪੰਡਤ ਬੇਣੀ ਪ੍ਰਸ਼ਾਦ ਨੂੰ ਆਪਣੇ ਪੂਰਬਲੇ ਜਨਮ ਦੀ ਸੋਝੀ ਆ ਗਈ। ਜੋ ਅੰਦਰੂਨੀ ਗਿਆਨ ਸੀ ਉਹਦੀ ਪ੍ਰਾਪਤੀ ਹੋਈ ਹੈ। ਨਿਜ ਸਰੂਪ ਆਤਮ ਪ੍ਰਗਟਾਇਓ। ਆਪਣਾ ਸਰੂਪ ਉਹਨੂੰ ਪ੍ਰਗਟ ਹੋ ਗਿਆ ਅੰਦਰੋਂ ਹੀ। ਆਤਮ ਪ੍ਰਗਟਾਇਓ, ਆਤਮਾ ਵਿੱਚੋਂ ਆਪਣੇ ਸਰੂਪ ਦੀ ਸੋਝੀ ਹੋਈ। ਕਹੋ ਕਬੀਰ ਇਹੋ ਰਾਮ ਕੀ ਅੰਸ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੱਲਾਂ ਤਾਂ ਥੋੜੀਆਂ ਹੀ ਹਨ, ਬਹੁਤੀਆਂ ਨਹੀਂ। ਰਾਮ ਦੀ ਅੰਸ਼ ਹੈ ਇਹ ਆਤਮਾ, ਪਰ ਇਹਦੀ ਸੋਝੀ ਨਹੀਂ ਹੁੰਦੀ ਕਿ ਰਾਮ ਦੀ ਅੰਸ਼ ਕਿਵੇਂ ਕਿਵੇਂ ਸਾਰਿਆਂ ਵਿਖੇ ਇੱਕੋ ਜੋਤ ਬਿਰਾਜਮਾਨ, ਪਰ ਦਰਦ ਵੱਖਰਾ ਵੱਖਰਾ ਹੁੰਦਾ ਹੈ। ਜੋਤ ਸਭ ਮਹਿ ਇੱਕੋ ਹੀ ਹੈ। ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ। ਪਰ ਜੋਤ ਇੱਕੋ, ਫਿਰ ਦਰਦ ਵੀ ਇੱਕ ਹੋਣਾ ਸੀ ਸਾਰਿਆਂ ਨੂੰ, ਨਹੀਂ, ਵੱਖਰਾ ਵੱਖਰਾ। ਉਹ ਵੱਖਰਾ ਵੱਖਰਾ ਦਰਦ ਹੋ ਰਿਹਾ ਹੈ ਅੰਤਸ਼ਕਰਨ ਦੀ ਉਪਾਧੀ ਸਦਕਾ, ਕਿ ਅਸੀਂ ਜਾਣ ਲਿਆ ਕਿ ਮੈਂ ਸਰੀਰ ਹਾਂ, ਮੈਂ ਬੁੱਧੀ ਹਾਂ, ਮੈਂ ਪ੍ਰਾਣ ਹਾਂ। ਇਹ ਅੰਤਸ਼ਕਰਨ ਦੀ ਉਪਾਧੀ ਹੈ। ਇਹਦੇ ਸਦਕਾ ਸਾਨੂੰ ਵੱਖਰਾ ਵੱਖਰਾ ਦਰਦ ਹੋ ਰਿਹਾ ਹੈ, ਨਹੀਂ ਤਾਂ ਸਾਰੇ ਇੱਕੋ ਹੀ ਸਰੂਪ ਆ। ਪਰਮਾਤਮਾ ਨੇ ਆਪ ਅੰਤਸ਼ਕਰਨ ਪਾਇਆ, ਜਿਸ ਸਦਕਾ
ਉਹ ਆਤਮਾ ਦਾ ਅਕਸ਼ ਅੰਤਸ਼ਕਰਨ ਦੇ ਪੈ ਰਿਹਾ ਹੈ। ਸਭ ਨੂੰ ਵੱਖਰਾ ਵੱਖਰਾ ਦਰਦ ਹੋ ਰਿਹਾ, ਪਰ ਹੈ ਇੱਕੋ ਹੀ। ਕਹੋ ਕਬੀਰ ਇਹੋ ਰਾਮ ਕੀ ਅੰਸ, ਹੈ ਤਾਂ ਪਰਮਾਤਮ ਸਰੂਪ ਹੀ। ਜਿਨ੍ਹਾਂ ਨੂੰ ਸੋਝੀ ਹੋਈ ਗੁਰੂ ਕਿਰਪਾ ਸਦਕਾ, ਉਹਨਾਂ ਨੇ ਆਪਣੇ ਅੰਦਰਲਾ ਗਿਆਨ ਜਗਾ ਲਿਆ, ਉਹ ਆਪਣੇ ਸਰੂਪ ਵਿਖੇ ਲੀਨ ਹੋ ਗਏ ਹਨ। ਬੈਠੇ ਲਗੀ ਸਮਾਦ ਅਡੋਲੇ, ਅਡੋਲ ਸਮਾਦ ਜੁੜ ਗਈ। ਹੁਣ ਅੰਤਰ ਆਤਮੇ ਬਿਰਤੀ ਲੱਗ ਗਈ ਪੰਡਤ ਜੀ ਦੀ। ਸਹਿਜ ਸਮਾਦ ਲਗੀ ਲਿਵ ਅੰਤਰ, ਸੋ ਰਸ ਸੋਈ ਜਾਣੈ ਜੀਓ। ਸਹਿਜ ਸਮਾਧੀ ਲੱਗ ਗਈ। ਦੋ ਤਰ੍ਹਾਂ ਦੀ ਸਮਾਧੀ, ਇਹ ਸਵਿਕਲਪ, ਦੂਜੀ ਨਿਰਵਿਕਲਪ। ਤੇ ਗੁਰਸਿੱਖਾਂ ਦੀ ਹਰ ਵੇਲੇ ਸਮਾਧੀ ਰਹਿੰਦੀ, ਭਾਵ ਕੰਮ ਧੰਦੇ ਕਰਦੇ ਵੀ ਰਹਿਣ ਪਰ ਸਿਮਰਨ ਹਰ ਵੇਲੇ ਚੱਲਦਾ ਰਹਿੰਦਾ। ਇਹ ਸਮਾਧੀ ਹੈ। ਹੋਰ ਕੋਈ ਅੱਖਾਂ ਬੰਦ ਕਰਕੇ ਐਵੇਂ ਨਹੀਂ ਵੀ ਵੇਖਣਾ ਕੋਈ ਪ੍ਰਕਾਸ਼ ਹੀ ਵੱਖਰਾ ਆ ਰਿਹਾ, ਵੀ ਹਰ ਵੇਲੇ ਗੁਰੂ ਦਾ ਗਿਆਨ ਰਵੇ। ਸਤਿਗੁਰੂ ਨੇ ਬਖਸ਼ਿਸ਼ ਕੀਤੀ ਕਿ ਪੰਡਤ ਜੀ ਦੀ ਸਹਿਜ ਸਮਾਧੀ ਲੱਗ ਗਈ। ਪੰਡਤ ਜੀ ਆਪਣੇ ਅਡੋਲ ਆਤਮ ਵਿਖੇ ਲੀਨ ਹੋ ਗਏ ਹਨ। ਕਿਤਕ ਦੇਰ ਮੈਂ ਲੋਚਨ ਖੋਲੇ, ਕਈ ਸਮੇਂ ਬਾਅਦ ਪੰਡਤ ਜੀ ਨੇ ਆਪਣੀ ਅੱਖਾਂ ਖੋਲੀਆਂ। ਖੁੱਲਦੀਆਂ ਨਹੀਂ। ਜਿਹੜੇ ਅਭਿਆਸੀ ਜਾਣਦੇ ਆ ਨਾ, ਅੱਖਾਂ ਖੋਲਣ ਤੋਂ ਵੱਧ ਅੱਖਾਂ ਬੰਦ ਕਰਕੇ ਆਨੰਦ ਹੈ। ਇਹ ਗੱਲ ਦਾ ਬੁਰਾ ਨਾ ਮੰਨਣਾ। ਕਈ ਤਰਕ ਕਰਦੇ, ਲੌਜਿਕ ਕਰਦੇ, ਇਸੇ ਕਿੰਤੂ ਕਰਦੇ ਵੀ ਅੱਖਾਂ ਬੰਦ ਨਾਲ ਕੁਝ ਨਹੀਂ ਹੁੰਦਾ। ਹੁੰਦਾ ਬੜਾ ਕੁਝ ਹੈ। ਠੀਕ ਹੈ। ਇੱਕ ਸਤਿਗੁਰੂ ਜੀ ਸ਼ਬਦ ਉਚਾਰਨ ਕਰਦੇ, ਕਹਾ ਭਇਓ ਜੋ ਦੋ ਲੋਚਨ ਮੂੰਦ ਕੈ, ਉੱਥੇ ਪਖੰਡ ਹੈ, ਉਹ ਗਰਮ ਕਾਂਡ, ਉਹ ਨਹੀਂ। ਵਿਸ਼ਵਾਸ ਦੁਆਰਾ ਗੁਰੂ ਦੇ ਪ੍ਰੇਮ ਨਾਲ ਜੁੜ ਕੇ ਜਿਹੜਾ ਆਨੰਦ ਅੱਖਾਂ ਬੰਦ ਕਰਕੇ ਆਉਂਦਾ, ਅੱਖਾਂ ਖੋਲ ਕੇ ਨਹੀਂ ਆਉਂਦਾ। ਪਰ ਜਿੱਥੇ ਪਖੰਡ ਨਾ ਹੋਵੇ, ਕਰਮ ਕਾਂਡ ਨਾ ਹੋਵੇ, ਉੱਥੇ ਹਰ ਅਵਸਥਾ ਜਾਇਜ਼ ਹੈ। ਗੁਰਸਿੱਖ ਤਾਂ ਕਰਮ ਕਾਂਡ ਕਰਦੇ ਹੀ ਨਹੀਂ। ਉਹ ਹਰ ਵੇਲੇ ਆਪਣੇ ਆਤਮ ਵਿਖੇ ਲੀਨ ਰਹਿੰਦੇ। ਤੇ ਕੁਝ ਸਮੇਂ ਬਾਅਦ ਬੇਣੀ ਪ੍ਰਸਾਦ ਨੇ ਆਪਣੀਆਂ ਅੱਖਾਂ ਖੋਲੀਆਂ ਹਨ। ਦੇਖ ਅਵਸਥਾ ਗੁਰੂ ਸਰਾਹਿਓ, ਸਤਿਗੁਰੂ ਜੀ ਬੜੇ ਖੁਸ਼ ਹੋਏ। ਪੰਡਤ ਜੀ ਤੁਹਾਡੀ ਤਾਂ ਸਮਾਧੀ ਜੁੜ ਗਈ, ਪਰ ਜੁੜੀ ਗੁਰੂ ਕਿਰਪਾ ਸਦਕਾ, ਆਪਣੇ ਆਪ ਨਹੀਂ ਜੁੜੀ। ਸਤਿਗੁਰੂ ਸਾਹਿਬ ਜੀ ਨੇ ਉਸ ਪੰਡਤ ਦੀ ਬਹੁਤ ਸਲਾਹਨਾ ਕੀਤੀ ਹੈ। ਪੰਡਤ ਪਏ ਧਨ ਦੁੱਖ ਲਾਇਓ, ਪੰਡਤ ਜੀ ਤੁਸੀਂ ਧਨ ਹੋ ਗਏ ਹੋ, ਤੁਹਾਡਾ ਸਭ ਦੁੱਖ ਖਤਮ ਹੋ ਗਿਆ। ਜਿਹਦਾ ਆਪਣੇ ਆਪ ਵਿਖੇ ਧਿਆਨ ਜੁੜ ਜਾਵੇ, ਉਹਦਾ ਕੋਈ ਦੁੱਖ ਰਹਿੰਦਾ ਹੀ ਨਹੀਂ। ਦੁੱਖ ਸਾਰੇ ਸਰੀਰ ਕਰਕੇ, ਮਨ ਦੀ ਬਿਰਤੀ ਕਰਕੇ, ਅੰਤਸ਼ਕਰਣ ਕੇ ਹਨ। ਅੰਤਸ਼ਕਰਣ ਜਦੋਂ ਜੋਤੀ ਵਿਖੇ ਲੀਨ ਹੋ ਗਿਆ, ਉਦੋਂ ਦੁੱਖ ਕੋਈ ਨਹੀਂ। ਇੱਕ ਉਪਾਧੀ ਹੈ, ਜਦੋਂ ਉਪਾਧੀ ਖਤਮ ਹੋ ਗਈ ਪੰਡਤ ਜੀ, ਉਦੋਂ ਕੋਈ ਦੁੱਖ ਨਹੀਂ ਰਹਿੰਦਾ। ਤਬ ਬੇਨੀ ਮਨ ਆਨੰਦ ਪਾਵਾ, ਸਤਿਗੁਰ ਦੇ ਕਹਿਣ ਦੀ ਦੇਰ ਸੀ, ਸਭ ਦੁੱਖ ਲਾਹਿਓ, ਸਾਰਾ ਦੁੱਖ ਹੀ ਖਤਮ ਹੋ ਗਿਆ। ਤੇ ਪੰਡਤ ਜੀ ਦੇ ਮਨ ਵਿਖੇ ਆਨੰਦ ਹੀ ਆਨੰਦ ਪ੍ਰਗਟ ਹੋ ਗਿਆ ਹੈ। ਸਤਿਗੁਰ ਸੁਜਸ ਅਨਕ ਬਿਦ ਗਾਵਾ, ਮਹਾਰਾਜ ਦਾ ਸੁਜਸ ਗਾ ਰਿਹਾ ਹੈ। ਅਨਕ ਬਿਦ ਗਾਵਾ, ਅਨੇਕਾਂ ਵਿਧੀਆਂ ਦੁਆਰਾ ਗੁਰੂ ਦੀ ਵਡਿਆਈ ਕਰ ਰਿਹਾ ਹੈ। ਸਤਿਗੁਰ ਦੀ ਜੈ ਜੈਕਾਰ ਕਰ ਰਿਹਾ ਹੈ। ਭਗਤ ਹੇਤ ਅਵਤਾਰ ਗੁਸਾਈ, ਤੇ ਹੁਣ ਵਡਿਆਈ ਕਿਵੇਂ ਕਰਦਾ ਹੈ ਕਿ ਮਹਾਰਾਜ ਤੁਸਾਂ ਨੇ ਅਵਤਾਰ ਧਾਰਨ ਕੀਤਾ। ਅਵਤਾਰ ਦਾ ਭਾਵ ਅਵਤਿਤ ਹੋ ਕੇ ਆਏ। ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਤੁਸੀਂ ਤਾਂ ਨਿਰੰਕਾਰੀ ਜੋਤ ਅਵਤਾਰ ਧਾਰ ਕੇ ਆਏ ਹੋ। ਸਾਡਾ ਬੇੜਾ ਪਾਰ ਕਰਨ ਵਾਸਤੇ ਆਏ ਹੋ। ਹਰ ਇਨਸਾਨ ਨੂੰ ਤੁਸੀਂ ਗਿਆਨ ਦੇਣ ਵਾਸਤੇ ਆਏ ਹੋ। ਮਹਾਰਾਜ ਤੁਹਾਡੀ ਜੈ ਜੈਕਾਰ ਹੋਵੇ। ਮਹਿਮਾ ਤੁਮਰੀ ਤੁਮ ਬਨ ਆਈ, ਤੁਹਾਡੀ ਮਹਿਮਾ ਤੁਸੀਂ ਜਾਣਦੇ ਹੋ, ਕੋਈ ਹੋਰ ਨਹੀਂ ਜਾਣ ਸਕਦਾ। ਕਰਤੇ ਕੀਮਤ ਕਰਤਾ ਜਾਣੈ, ਕਹਿ ਜਾਣੈ ਗੁਰਸੂਰਾ। ਰੱਬ ਦੀ ਵਡਿਆਈ ਰੱਬ ਜਾਣਦਾ ਜਾਂ ਗੁਰੂ ਜਾਣਦਾ। ਸਤਿਗੁਰੂ ਜੀ ਤੁਹਾਡੀ ਵਡਿਆਈ ਤੁਸੀਂ ਜਾਣਦੇ ਹੋ, ਹੋਰ ਕੋਈ ਮਨੁੱਖ ਨਹੀਂ ਜਾਣ ਸਕਦਾ।
केतक दिन सतगुर के पास। ਇਸ ਤਰ੍ਹਾਂ ਪੰਡਤ ਬੇਣੀ ਪ੍ਰਸ਼ਾਦ ਦੀ ਕੁਝ ਦਿਨਾਂ ਵਿਖੇ ਸਤਿਗੁਰ ਕੋਲ ਹੀ ਰਹੇ। ਸਤਿਗੁਰ ਕੋਲ ਰਹਿੰਦੇ ਹੋਏ ਨਾਮ ਸਿਮਰਨ ਦਾ ਅਭਿਆਸ ਕਰਦੇ ਹਨ। ਰਹਿਓ ਪ੍ਰੀਤ ਧਰ ਤਜ ਸਭ ਆਸ। ਹੋਰ ਸਭ ਆਸਾਂ ਛੱਡ ਕੇ ਕਿ ਮੇਰੇ ਕੋਲ ਬਹੁਤਾ ਗਿਆਨ ਹੈ, ਮੈਂ ਗਿਆਨ ਦੁਆਰਾ ਲੋਕਾਂ ਨੂੰ ਜਿੱਤ ਲਵਾਂ, ਇਹ ਆਸਾ ਹੀ ਛੱਡਤੀ, ਆਸਾ ਹੀ ਖਤਮ ਹੋ ਗਈ। ਜਦੋਂ ਸੁਨ ਵਿਖੇ ਗੁਰਮੁਖ ਪਹੁੰਚ ਜਾਵੇ ਉਦੋਂ ਆਸਾ ਰਹਿੰਦੀ ਨਹੀਂ। ਇੱਕ ਵੱਡੀ ਆਸਾ, ਆਸਾ ਆਸ ਗੁਸਾਈ ਪੂਰੀਐ, ਮਿਲ ਗੋਪਾਲ ਗੋਬਿੰਦ ਨ ਕਬਹੂ ਝੂਰੀਐ, ਉਹ ਫਿਰ ਝੂਰਦਾ ਨਹੀਂ। ਉਹਦੀ ਤਾਂ ਅੰਤਰ ਆਤਮੇ ਆਪੇ ਹੀ ਸੁਰਤੀ ਜੁੜੀ ਰਹਿੰਦੀ ਹੈ। ਐਸੇ ਗੁਰਮੁਖ ਪਿਆਰੇ ਧੰਨ ਉਹ ਪੰਡਤ ਜੀ ਜਿਨ੍ਹਾਂ ਦੀ ਇੱਕ ਸਭ ਆਸਾਂ ਖਤਮ ਹੋ ਗਈਆਂ, ਇੱਕੋ ਆਸ ਜਾਗ ਪਈ ਹੈ। ਉਸ਼ਟਰ ਭਾਰ ਜੇ ਪੁਸਤਕ ਬ੍ਰਿੰਦ। ਤੇ ਜਿਹੜਾ ਪੰਡਤ ਬੇਣੀ ਪ੍ਰਸ਼ਾਦ ਜੀ ਨੇ ਗ੍ਰੰਥਾਂ ਦਾ ਭਾਰ ਇਕੱਠਾ ਕੀਤਾ ਸੀ, ਉਹ ਹੱਥ ਊਂਠ ਤੇ ਲੱਦਿਆ ਹੋਇਆ ਉਸ਼ਟਰ ਭਾਰ, ਉਸ਼ਟਰ ਆਖਦੇ ਊਂਠ ਤੇ, ਊਂਠ ਤੇ ਗ੍ਰੰਥ ਲੱਦ ਲਏ ਕਿ ਸਾਰੇ ਗ੍ਰੰਥ ਮੇਰੇ ਹਨ, ਪਰ ਇਹ ਨਹੀਂ ਜਾਣੇ ਵੀ ਗ੍ਰੰਥਾਂ ਵਿੱਚ ਜਿਹੜਾ ਗਿਆਨ ਹੈ ਉਹ ਆਪਣਾ ਸਰੂਪ ਹੈ। ਅਸੀਂ ਤਾਂ ਗ੍ਰੰਥ ਹੀ ਵੇਖਦੇ ਆ, ਪੋਥੀਆਂ ਵੇਖਦੇ ਆ, ਬੁਰਾ ਨਾ ਮੰਨਣਾ, ਵੇਖਦੇ ਆ ਗੁਰਬਾਣੀ ਨੂੰ, ਤੇ ਗੁਰੂ ਗ੍ਰੰਥ ਸਾਹਿਬ ਨੂੰ, ਪਰ ਅੰਦਰ ਜਿਹੜਾ ਗਿਆਨ ਹੈ ਉਹ ਨਹੀਂ ਜਾਣਿਆ। ਬਾਹਰੋਂ ਬਾਹਰੋਂ ਹੀ ਵੇਖ ਰਹੇ ਆ, ਠੀਕ ਹੈ, ਵੇਖਣਾ ਮਾਰਾ ਨਹੀਂ, ਬੁਰਾ ਨਹੀਂ, ਦਰਸ਼ਨ ਕਰਨੇ ਜਾਇਜ਼, ਪਰ ਜਿਹੜਾ ਅੰਦਰੂਨੀ ਦਰਸ਼ਨ, ਗੁਰੂ ਦਾ ਸ਼ਬਦ ਜਾਪ, ਗੁਰਬਾਣੀ ਦਾ ਆਨੰਦ ਆਪਣੇ ਅੰਦਰ ਜਗਾਣਾ, ਉਹ ਜਿਹੜੇ ਗੁਰਸਿੱਖ ਕਰਦੇ ਉਹ ਧੰਨ ਹਨ। ਤੇ ਬਾਹਰੀ ਗਿਆਨ, ਇਹ ਅਹੰਕਾਰ ਵਾਲਾ ਗਿਆਨ ਪੰਡਤ ਜੀ ਦੇ ਆਪੇ ਹੀ ਅੰਦਰੋਂ ਲੈ ਗਿਆ। ਤੇ ਜਿਹੜਾ ਊਂਠ ਉੱਤੇ ਗ੍ਰੰਥ ਲੱਦੇ ਹੋਏ, ਉਹ ਪੰਡਤ ਜੀ ਨੇ ਸਾਰੇ ਦਰਿਆ ਵਿੱਚ ਰੋੜਿਆ ਹੈ। ਸਰਤਾ ਵਿਖੇ ਬਹਾਏ ਬਿਲੰਦ। ਤੇ ਸਰਤਾ ਬਿਆਸਾ ਦਰਿਆ ਵਿਖੇ ਉਹ ਸਾਰਾ ਭਾਰ ਰੋੜ ਦਿੱਤਾ ਹੈ। ਸਾਤ ਪਾਏ ਕਰ ਸੀਤਲ ਹੋਆ। ਹੁਣ ਸ਼ਾਂਤੀ ਆਈ, ਹੁਣ ਪਤਾ ਲੱਗਿਆ ਵੀ ਕੁਛ ਨਹੀਂ, ਇਹ ਭਾਰ ਤਾਂ ਮੇਰੇ ਤੇ ਪੰਡਾ ਲੱਦੀਆਂ ਹੋਈਆਂ ਸਨ। ਸੀਸ ਤੇ ਭਾਰ, ਟੈਨਸ਼ਨ, ਇਹ ਤਾਂ ਬਰਡਨ ਸੀ, ਉਹ ਸਾਰੀ ਬਰਡਨ ਅੱਜ ਲੈ ਗਈ। ਅੱਜ ਜਦੋਂ ਗੁਰੂ ਦਾ ਗਿਆਨ ਜਾਗ ਪਿਆ ਤੇ ਮਨ ਸ਼ਾਂਤ ਹੋ ਗਿਆ ਹੈ। ਤਾਪ ਵਿਕਾਰਨ ਕੋ ਔਰ ਖੋਆ। ਇਹਦੇ ਵਿਖੇ ਜਿਹੜੇ ਜਿਹੜੇ ਤਾਪ ਸਨ, ਤਾਪ ਤਪਾਉਣ ਵਾਲੇ ਵਿਕਾਰ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਈਰਖਾ, ਬਖੀਲੀ, ਦ્વੈਸ਼, ਇਹ ਸਭ ਵੀ ਖਤਮ ਹੋ ਗਏ। ਜਿਹੜੇ ਹਿਰਦੇ ਨੂੰ ਸਾੜਦੇ ਸਨ ਅੱਜ ਉਹ ਠੰਡੇ ਹੋ ਗਏ। ਵਿਕਾਰ ਕਾਬੂ ਚ ਆ ਗਏ, ਕੰਟਰੋਲ ਵਿੱਚ ਆ ਗਏ। ਵੀ ਕਾਮ ਦੀ ਵਰਤੋਂ ਕਰਨੀ ਕਿਸੇ ਜਾਇਜ਼ ਤਰੀਕੇ ਨਾਲ, ਕ੍ਰੋਧ ਦੀ ਵਰਤੋਂ ਕਰਨੀ ਜੁੱਧ ਬਿਰਤੀ ਨਾਲ। ਹਰ ਇੱਕ ਦੀ ਵਰਤੋਂ ਜਾਇਜ਼ ਹੋਵੇ ਤਾਂ ਠੀਕ ਹੈ, ਨਹੀਂ ਤਾਂ ਨਾਜਾਇਜ਼ ਬੁਰੀ ਹੈ। ਤੇ ਪੰਡਤ ਜੀ ਨੂੰ ਹੁਣ ਸੋਝੀ ਹੋ ਗਈ ਕਿ ਜਿਹੜੇ ਵਿਕਾਰ ਸਨ ਉਹ ਵਿਕਾਰ ਹੁਣ ਠੰਡੇ ਹੋ ਗਏ ਹਨ, ਇਹਨਾਂ ਦਾ ਸਭ ਦੁੱਖ ਖਤਮ ਹੋ ਗਿਆ ਹੈ। ਵਿਦਾ ਪਇਓ ਰਹਿ ਕੇ ਚਿਰ ਕਾਲ। ਬਹੁਤ ਸਮਾਂ ਸਤਿਗੁਰ ਸਾਹਿਬ ਜੀ ਕੋਲ ਰਹਿ ਕੇ ਪੰਡਤ ਬੇਣੀ ਪ੍ਰਸ਼ਾਦ ਜੀ ਆਗਿਆ ਮੰਗ ਰਹੇ ਹਨ ਜਾਣ ਦੀ। ਪੂਜ ਪੂਜ ਕਰ ਪਰਮ ਕਿਰਪਾਲ। ਪਰਮ ਕਿਰਪਾਲ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜਿਹੜੇ ਪੂਜਣ ਯੋਗ ਹਨ, ਉਹਨਾਂ ਦੀ ਪੂਜਾ ਕਰਕੇ ਸਿੱਖ ਹੁਤੇ ਦੋਏ ਫਿਰੇ ਕਟਾਰਾ। ਦੋ ਸਿੱਖ ਭਾਈ ਫਿਰਿਆ ਤੇ ਭਾਈ ਕਟਾਰਾ ਜਿਹੜੇ ਸਤਿਗੁਰ ਦੀ ਸੇਵਾ ਕਰਦੇ ਹਨ, ਪੂਜਾ ਕਰਦੇ ਹਨ। ਸੇਵਤ ਰਹੇ ਬਹੁਤ ਗੁਰਦੁਆਰਾ। ਬਹੁਤ ਸਮਾਂ ਸਤਿਗੁਰ ਦੇ ਕੋਲ ਰਹਿ ਕੇ ਸੇਵਾ ਕਰਦੇ ਹਨ ਇਹ ਦੋਵੇਂ ਗੁਰਸਿੱਖ। ਇੱਕ ਦਿਨ ਤਿਨ ਕੋ ਦੇਖ ਗੁਸਾਈ। ਇੱਕ ਦਿਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਉਹਨਾਂ ਸਿੱਖਾਂ ਨੂੰ ਵੇਖ ਕੇ ਬਚਨ ਉਚਾਰਿਆ ਹੈ। ਭਏ ਪ੍ਰਸੰਨ ਬਖਸ਼ ਬੇਤਾਈ। ਬੜੇ ਖੁਸ਼ ਹੋਏ ਮਹਾਰਾਜ
ਤੇ ਉਹਨਾਂ ਤੇ ਬਖਸ਼ਿਸ਼ ਕਰਨ ਲੱਗੇ ਹਨ। ਨਿਕਟ ਬੁਲਾਏ ਬੂਜਨ ਠਾਨੇ ਇਹਨਾਂ ਸਿੱਖਾਂ ਨੂੰ ਆਪਣੇ ਕੋਲ ਬੁਲਾਇਆ ਹੈ ਅਤੇ ਪੁੱਛਣ ਲੱਗੇ ਹਨ, ਜਹਾਂ ਤੁਮਾਰੇ ਰਹਿਣ ਟਿਕਾਨੇ। ਦੱਸੋ ਗੁਰਸਿੱਖੋ, ਤੁਸੀਂ ਕਿੱਥੇ ਰਹਿੰਦੇ ਹੋ? ਤੁਹਾਡਾ ਟਿਕਾਣਾ ਕੀ ਹੈ? ਤੁਹਾਡਾ ਘਰ-ਬਾਰ ਕਿੱਥੇ ਹੈ? ਕਹੋ ਦੇਸ਼ ਤੈ ਕੇ ਉਪਦੇਸ਼। ਸਾਨੂੰ ਇਹ ਦੱਸੋ ਕਿਹੜਾ ਦੇਸ਼ ਹੈ ਤੇ ਉਸ ਦੇਸ਼ ਵਿਖੇ, ਉਸ ਇਲਾਕੇ ਵਿਖੇ ਉਪਦੇਸ਼ ਕੀ ਚੱਲਦਾ ਹੈ? ਉੱਥੇ ਕਿਹਦਾ ਮਤ ਹੈ? ਉੱਥੇ ਕਿਹੜਾ ਗਿਆਨ ਕਮਾਇਆ ਜਾਂਦਾ ਹੈ? ਹਿਤ ਪਰਲੋਕ ਕੇ ਕ੍ਰਿਤ ਕਿਆ ਹੈ ਸੋ। ਉਸ ਇਲਾਕੇ ਦੇ ਬੰਦੇ ਪਰਲੋਕ ਵਾਸਤੇ ਕੀ ਕਰਦੇ ਹਨ? ਲੋਕ ਵਾਸਤੇ ਤਾਂ ਸਾਰੇ ਕੰਮ ਧੰਦੇ ਕਰਦੇ, ਰੋਜੀ ਰੋਟੀ ਸਾਰੇ ਕਮਾਉਂਦੇ, ਪਰ ਪਰਲੋਕ ਖਾਤਰ ਤੁਸੀਂ ਕਿਹੜਾ ਵਿਵਹਾਰ ਕਰਦੇ ਹੋ ਅਤੇ ਉਸ ਇਲਾਕੇ ਵਿਖੇ ਕੀ ਕੰਮ ਚੱਲਦਾ ਹੈ? ਜੋ ਹੋਵੈ ਸੋ ਜਾਏ ਹਟਾਵੋ। ਜਿਹੜਾ ਵੀ ਕੋਈ ਕਰਮ ਕਾਂਡ ਹੋ ਰਿਹਾ, ਪਖੰਡ ਹੋ ਰਿਹਾ, ਉਸ ਨੂੰ ਦੂਰ ਕਰੋ। ਦੂਰ ਕਰਕੇ ਕੇਵਲ ਨਾਮ ਸਿਮਰਨ ਦਾ ਜਾਪ ਕਰਵਾਓ। ਸਤ ਨਾਮ ਸਿੱਖੀ ਪ੍ਰਗਟਾਵੋ। ਸਤ ਨਾਮ ਸਿੱਖੀ ਪ੍ਰਗਟਾਵੋ। ਸਤ ਨਾਮ ਵਾਹਿਗੁਰੂ ਦਾ ਜਾਪ ਕਰਾਵੋ, ਸਿੱਖੀ ਨੂੰ ਪ੍ਰਗਟਾਵੋ, ਉਹਨਾਂ ਦੇ ਅੰਦਰੋਂ ਪੈਦਾ ਕਰੋ। ਸਿੱਖੀ ਸਭ ਦੇ ਅੰਦਰ ਹੈ, ਪਰ ਨਾਮ ਸਿਮਰ ਦੁਆਰਾ ਉਸ ਸਿੱਖੀ ਨੂੰ ਪ੍ਰਗਟ ਕਰੋ। ਬੋਲੇ ਦੋਨੋਂ ਦੁਐ ਕਰ ਜੋਰ। ਇਹ ਦੋਵੇਂ ਗੁਰਸਿੱਖਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ ਹੈ, ਸ਼੍ਰੀ ਗੁਰੂ ਜੀ ਹਮ ਮੇ ਕਿਆ ਜੋਰ। ਇਹ ਸਤਿਗੁਰ ਜੀ, ਸਾਡੇ ਅੰਦਰ ਕੀ ਜ਼ੋਰ ਹੈ? ਕੋਈ ਜ਼ੋਰ ਨਹੀਂ। ਅਸੀਂ ਤਾਂ ਜ਼ੋਰ ਤੋਂ ਰਹਿਤ ਹਾਂ, ਅਸੀਂ ਨਿਮਾਣੇ ਨਿਤਾਣੇ ਹਾਂ। ਜੋਗੀ ਕੰਨ ਪਾਟੇ ਉਪਦੇਸ਼ੈ। ਸਾਡੇ ਇਲਾਕੇ ਵਿਖੇ ਜਿਹੜੇ ਕੰਨ ਪਾਟੇ ਜੋਗੀ ਹਨ, ਉਹ ਉਪਦੇਸ਼ ਦਿੰਦੇ ਹਨ। ਉਹਨਾਂ ਦਾ ਰਾਜ ਹੈ, ਉਹਨਾਂ ਦੀ ਜੈ ਜੈਕਾਰ ਹੁੰਦੀ ਹੈ। ਜੰਤਰ ਮੰਤਰ ਜਿਨ ਸ਼ਕਤ ਵਿਸ਼ੇਸ਼ੈ। ਤੇ ਉਹਨਾਂ ਕੋਲ ਅਨੇਕਾਂ ਜੰਤਰ ਮੰਤਰ ਹਨ, ਵਿਸ਼ੇਸ਼ ਕਰਕੇ ਬਹੁਤੇ ਵਧੀਆ ਹਨ, ਤੇ ਉਹਨਾਂ ਦੇ ਜੰਤਰ ਮੰਤਰ ਬਹੁਤ ਪ੍ਰਭਾਵਿਤ ਕਰਦੇ ਹਨ। ਗੋਰਖ ਗੋਰਖ ਜਾਪ ਜਪੇ ਹੈ। ਉਹ ਸਭ ਇਲਾਕਾ ਗੋਰਖ ਗੋਰਖ ਦਾ ਜਾਪ ਕਰਦਾ ਹੈ। ਪੂਜਤ ਨਿਤ ਜੋਗੀ ਨ ਸਬੇ ਹੈ। ਉਹ ਸਾਰੇ ਜੋਗੀ ਗੋਰਖ ਦੀ ਪੂਜਾ ਕਰਦੇ ਹਨ। ਦੇਵੀ ਦੇਵ ਦੇਹੋਰਾ ਥਾਨ। ਕਿਸੇ ਦੇਵੀ ਨੂੰ, ਕਿਸੇ ਦੇਵਤੇ ਨੂੰ, ਕਿਸੇ ਦੇਹਰੇ ਨੂੰ ਉਹ ਨਹੀਂ ਮੰਨਦੇ। ਨੈ ਮਾਨੇ ਕੈ ਨਰ ਅਗਿਆਨ। ਅਗਿਆਨੀ ਨਰ ਹਨ, ਉਹਨਾਂ ਨੂੰ ਗਿਆਨ ਨਹੀਂ, ਉਹ ਕਿਸੇ ਹੋਰ ਨੂੰ ਨਹੀਂ ਮੰਨਦੇ। ਤਪ ਜਪ ਤੀਰਥ ਕੋਏ ਨ ਜਾਣੈ। ਤਪ ਕਰਨਾ, ਜਪ ਕਰਨਾ, ਤੀਰਥਾਂ ਦੇ ਇਸ਼ਨਾਨ ਕਰਨਾ, ਇਹਨਾਂ ਬਾਰੇ ਕੋਈ ਨਹੀਂ ਜਾਣਦਾ। ਕਿਉ ਹੂੰ ਪਰਮੇਸ਼ਰ ਨੇ ਮਾਨੈ। ਉਹ ਰੱਬ ਨੂੰ ਰੱਬ ਮੰਨਦੇ ਹੀ ਨਹੀਂ ਕਿ ਰੱਬ ਹੈ ਹੀ ਨਹੀਂ। ਉਹਨਾਂ ਦਾ ਟੀਚਾ ਨਿਸ਼ਾਨਾ ਕੇਵਲ ਜੰਤਰਾਂ ਮੰਤਰਾਂ ਵਿੱਚ ਹੀ ਹੈ। ਪਾਓ ਭਗਤ ਕੋ ਨਾਮ ਨ ਲੈ। ਐਸੇ ਬੰਦੇ ਪ੍ਰੇਮਾ ਭਗਤੀ ਦਾ ਨਾਮ ਲੈਂਦੇ ਹੀ ਨਹੀਂ, ਪ੍ਰੇਮ ਭਗਤੀ ਦੁਆਰਾ ਰੱਬ ਨੂੰ ਯਾਦ ਨਹੀਂ ਕਰਦੇ। ਅਰਥੀ ਮੂਡ ਨਹੀਂ ਸਮਝੇ। ਉਹ ਸਭ ਅਰਥੀ ਹਨ, ਮੂਰਖ ਹਨ, ਕਿਸੇ ਦੀ ਗੱਲ ਨੂੰ ਨਹੀਂ ਮੰਨਦੇ। ਗੁਰੂ ਕਿਰਪਾ ਬਿਨ ਸੁਧਰੇ ਨਾਈ। ਇਹ ਮਹਾਰਾਜ ਇੱਕ ਬੇਨਤੀ ਹੈ, ਜਿਨ੍ਹਾਂ ਉੱਤੇ ਗੁਰੂ ਦੀ ਕਿਰਪਾ ਨਹੀਂ ਹੋਈ ਉਹ ਸੁਧਰਦੇ ਨਹੀਂ, ਜਿਨ੍ਹਾਂ ਤੇ ਕਿਰਪਾ ਹੋ ਗਈ ਉਹ ਸੁਧਰ ਜਾਂਦੇ ਹਨ। ਸਤਿਗੁਰ ਜੀ ਉਹ ਕੰਨ ਪਾਟੇ ਜੋਗੀ ਕੇਵਲ ਗੋਰਖ ਗੋਰਖ ਦਾ ਜਾਪ ਕਰਦੇ, ਇਸ ਤਰ੍ਹਾਂ ਸੁਧਰਨਗੇ ਨਹੀਂ। ਫਸੇ ਜੋ ਜੰਤਰ ਮੰਤਰ ਕੇ ਮਾਈ। ਉਹ ਤਾਂ ਫਸੇ ਹੋਏ ਹਨ
ਜੰਤਰਾਂ ਮੰਤਰਾਂ ਦੇ ਵਿੱਚ ਹੀ। ਸੁਨ ਸ਼੍ਰੀ ਸਤਿਗੁਰ ਦਈ ਨਿਰਦੇਸ਼। ਸਤਿਗੁਰੂ ਗੁਰੂ ਅਮਰਦਾਸ ਜੀ ਨੇ ਸਿੱਖਾਂ ਦਾ ਜਦੋਂ ਇਹ ਬਚਨ ਸੁਣਿਆ, ਸਤਿਗੁਰੂ ਜੀ ਆਪਣੇ ਮੁਬਾਰਕ ਮੁਖ ਤੋਂ ਆਦੇਸ਼ ਕਰਦੇ ਹਨ, ਤੁਮ ਗਮਨੋ ਅਬ ਤਿਸਈ ਦੇਸ਼। ਸਿੱਖੋ ਫਿਕਰ ਨਾ ਕਰੋ, ਤੁਸੀਂ ਹੁਣ ਉਸ ਦੇਸ਼ ਵਿਖੇ ਜਾਓ ਜਿੱਥੇ ਉਹ ਜੋਗੀ ਗੋਰਖ ਦਾ ਜਾਪ ਕਰਾਉਂਦੇ ਹਨ। ਸਤ ਨਾਮ ਕੋ ਦਿਓ ਉਪਦੇਸ਼ੂ। ਤੁਸੀਂ ਸਤ ਨਾਮ ਦਾ ਉਪਦੇਸ਼ ਦੇਵੋ, ਆਪਣਾ ਨਾਮ ਨਹੀਂ ਜਪਾਣਾ। ਗੋਰਖ ਨੇ ਆਪਣਾ ਨਾਮ ਜਪਾਇਆ, ਪਰ ਤੁਸੀਂ ਸਤਨਾਮ ਵਾਹਿਗੁਰੂ ਜਪਾਓ। ਆਖੋ ਸਤਨਾਮ ਸ੍ਰੀ। ਇਹੀ ਤਾਂ ਖਾਸੀਅਤ ਹੈ। ਇੱਥੇ ਨਾ ਕੋਈ ਰਾਮ ਨਾ ਕੋਈ ਅੱਲਾ, ਕੇਵਲ ਸਤਨਾਮ ਵਾਹਿਗੁਰੂ। ਆਪਣਾ ਨਾਮ ਨਹੀਂ, ਸਭ ਨਾਮ ਇਕੱਠੇ ਕਰਤੇ, ਸਭ ਸ਼ਕਤੀਆਂ ਇੱਕ ਹੋ ਗਈਆਂ, ਤਤ ਸਾਰ ਆ ਗਿਆ। ਇਹ ਸਤਨਾਮ ਦਾ ਜਾਪ ਤੁਸੀਂ ਕਰਾਵੋ। ਗੁਰਮੁਖ ਪੰਥ ਦ੍ਰਿੜਾਉ ਵਿਸ਼ੇਸ਼ੂ। ਤੇ ਗੁਰਮੁਖ ਦਾ ਪੰਥ ਦ੍ਰਿੜ ਕਰਾਓ। ਗੁਰੂ ਦੇ ਰਸਤੇ ਤੁਰਨਾ ਹੈ, ਉਹ ਕਿਹੜਾ ਪੰਥ ਹੈ, ਕਿਹੜਾ ਰਸਤਾ ਹੈ, ਆਪਣੇ ਮਨ ਨੂੰ ਬਰੀਕ ਕਰਕੇ ਗੁਰੂ ਦੇ ਰਸਤੇ ਵੱਲ ਤੁਰਨਾ ਹੈ। ਗੁਰਸਿੱਖੀ ਬਰੀਕ ਹੈ, ਖੰਡੇ ਦੀ ਧਾਰ ਤੋਂ ਬਰੀਕ ਹੈ। ਉੱਥੇ ਤੁਰਨ ਲਈ ਮਨ ਨੂੰ ਕੀੜੀ ਤੋਂ ਬਿਲਕੁਲ ਬਰੀਕ ਕਰਨਾ ਪਵੇਗਾ। ਭਾਵ ਕਿ ਮਨ ਦਾ ਅਹੰਕਾਰ ਛੱਡ ਕੇ ਤਾਂ ਗੁਰਸਿੱਖੀ ਧਾਰਨ ਹੁੰਦੀ ਹੈ। ਫਿਰਿਆ ਕਟਾਰਾ ਬਾਕ ਉਚਾਰਾ। ਤੇ ਇਹਨਾਂ ਸਿੱਖਾਂ ਨੇ ਆਖਿਆ, ਭਾਈ ਫਿਰੇ ਕਟਾਰੇ ਨੇ। ਮੰਤਰ ਜੰਤਰ ਕੋ ਬਲ ਤਿਨ ਧਾਰਾ। ਸਤਿਗੁਰੂ ਜੀ, ਉਹਨਾਂ ਦੇ ਮੰਤਰ ਜੰਤਰ ਬੜੇ ਸ਼ਕਤੀਸ਼ਾਲੀ ਹਨ। ਉਹ ਮੰਤਰ ਜੰਤਰ ਇੱਕਦਮ ਅਸਰ ਕਰਦੇ ਹਨ। ਬਦੇ ਨ ਕਾਹੂ ਦੇਖ ਦੇਰ। ਉਹ ਕਿਸੇ ਦੇ ਸਾਹਮਣੇ ਅੜਦੇ ਨਹੀਂ, ਉਹ ਤਾਂ ਦੂਜੇ ਨੂੰ ਖਰੇੜ ਦਿੰਦੇ ਹਨ, ਦੂਰ ਕਰ ਦਿੰਦੇ ਹਨ। ਮਾਰ ਦੇਤ ਬੈਰੀ ਬਿਨ ਦੇਰ। ਬਿਨਾਂ ਦੇਰੀ ਤੋਂ ਵੈਰੀ ਨੂੰ ਮਾਰ ਦਿੰਦੇ ਹਨ। ਬਿਨਾ ਸ਼ਕਤ ਕਿਮਤਾਂ ਸਿਧਾਵੇਂ। ਸਤਿਗੁਰੂ ਜੀ, ਜਿਨ੍ਹਾਂ ਕੋਲ ਸ਼ਕਤੀ ਨਹੀਂ, ਉੱਥੇ ਕੀ ਜਾ ਕੇ ਕਰਨਗੇ? ਅਸੀਂ ਤਾਂ ਸ਼ਕਤੀ ਤੋਂ ਹੀੜੇ ਹਾਂ। ਸਤ ਨਾਮ ਕਿਨ ਤਿਨਹੁ ਜਪਾਵੇਂ। ਅਸੀਂ ਉਹਨਾਂ ਨੂੰ ਸਤਨਾਮ ਦਾ ਜਾਪ ਕਿਵੇਂ ਕਰਾਵਾਂਗੇ? ਵੈ ਪ੍ਰਸੰਨ ਤਿਨ ਸੰਗ ਤੁਮ ਮਾਈ। ਹਾਂਜੀ, ਵੈ ਪ੍ਰਸੰਨ ਤਿਨ ਸੰਗ ਉਚਾਰਾ। ਤੇ ਸਤਿਗੁਰੂ ਜੀ, ਇਹ ਸਭ ਪ੍ਰਸੰਗ ਅਸੀਂ ਆਪ ਜੀ ਨੂੰ ਉਚਾਰਨ ਕੀਤਾ ਹੈ, ਦੱਸਿਆ ਹੈ। ਅਬ ਤੇ ਫੁਰੇ ਸੋ ਬਾਕ ਤੁਮਾਰਾ। ਤੇ ਹੁਣ ਮਹਾਰਾਜ ਆਖਣ ਲੱਗੇ, ਗੁਰੂ ਕੇ ਪਿਆਰਿਓ, ਫਿਕਰ ਨਾ ਕਰੋ। ਅੱਜ ਤੋਂ ਬਾਅਦ ਤੁਹਾਡੇ ਬਚਨ ਫੁੱਲਣਗੇ, ਤੁਹਾਡੇ ਬਚਨਾਂ ਵਿਖੇ ਕਲਾ ਆਵੇਗੀ, ਸ਼ਕਤੀ ਆਵੇਗੀ। ਜਿਹੜੇ ਗੁਰਸਿੱਖ ਵਾਹਿਗੁਰੂ ਦਾ ਜਾਪ ਕਰਦੇ, ਉਹਨਾਂ ਦੇ ਬਚਨ ਕਦੇ ਨਿਸ਼ਫਲ ਨਹੀਂ ਜਾਂਦੇ। ਇਹ ਵਾਹਿਗੁਰੂ ਮੰਤਰ ਨਿਰੋਤਰਾ ਹੈ, ਨਿਰੋਧਰ। ਜਿਹਦੇ ਸਾਹਮਣੇ ਕੋਈ ਮੰਤਰ ਆਪਣਾ ਕੰਮ ਨਾ ਕਰ ਸਕੇ, ਇਹ ਮੰਤਰ ਸਾਹਮਣੇ ਸਭ ਮੰਤਰ ਨਿਸ਼ਫਲ ਹੋਣਗੇ। ਤੁਸੀਂ ਇਹਦਾ ਜਾਪ ਕਰੀ ਜਾਵੋ। ਸ਼ਕਤ ਵਿਸਾਲ ਹੋਏ ਤੁਮ ਮਾਈ। ਤੁਹਾਡੇ ਅੰਦਰ ਅਨੇਕਾਂ ਸ਼ਕਤੀਆਂ ਆ ਜਾਣਗੀਆਂ। ਤੁਮ ਟਿਗ ਮੰਤਰ ਜੰਤਰ ਫੁਰ ਨਾਈ। ਤੁਹਾਡੇ ਨੇੜੇ ਕੋਈ ਮੰਤਰ ਜੰਤਰ ਫੁਰੇਗਾ ਨਹੀਂ। ਜੈ ਕੈ ਮਠ ਜੋਗੀ ਕੇ ਹੋਏ। ਜਿੱਥੇ ਕਿੱਥੇ ਜੋਗੀਆਂ ਦੇ ਮੱਠ ਹੋਣਗੇ। ਦੇਹੋ ਨਿਕਾਸ ਪੁਨ ਭਗਨੋ ਸੋਏ। ਉਹਨਾਂ ਸਭ ਜੋਗੀ ਨੂੰ ਤੁਸੀਂ ਕੱਢ ਦਵੋ ਉੱਥੇ ਤੋਂ। ਜਿਹੜੇ ਜਿਹੜੇ ਜੋਗੀ ਮੰਤਰ ਜੰਤਰ ਕਰਦੇ ਹਨ, ਸਭ ਦੌੜ ਜਾਣਗੇ ਤੁਹਾਡੀ ਕਲਾ ਵੇਖ ਕੇ। ਤੁਸੀਂ ਉਹਨਾਂ ਨੂੰ ਢਾ ਦਵੋ। ਜੋਗੀ ਤੁਮ ਕੋ ਦੇਖ ਨ ਸਕੈ। ਗੁਰਸਿੱਖਾਂ ਅੰਦਰ ਸ਼ਕਤੀ ਹੈ, ਉਹ ਨਾਮ ਦੀ ਕਲਾ ਹੈ। ਨਾਮ ਦੀ ਕਲਾ ਕਰਕੇ ਉਹਨਾਂ ਸਾਹਮਣੇ ਕੋਈ ਨਹੀਂ ਅੜਦਾ। ਗੁਰਸਿੱਖੋ ਫਿਕਰ ਨਾ ਕਰੋ, ਤੁਹਾਡੇ ਸਾਹਮਣੇ ਕੋਈ ਜੋਗੀ ਨਹੀਂ ਅੜ ਸਕਦਾ। ਭ੍ਰਮ ਚਿਤ ਹੋਏ ਭਾਗ ਬੋ ਤੱਕੈ। ਉਹ ਸਭ ਜੋਗੀ ਡਰਦੇ ਮਾਰੇ, ਭ੍ਰਮ ਦੇ ਮਾਰੇ ਦੌੜ ਜਾਣਗੇ। ਧਰਮਸਾਲ ਸਭ ਗ੍ਰਾਮ ਕਰਵਾਓ। ਇੱਕ ਸ਼ਰਤ ਹੈ, ਤੁਸਾਂ ਨੇ ਧਰਮਸ਼ਾਲਾ ਬਣਾਉਣੀ ਹੈ ਪੂਰੇ ਪਿੰਡ ਨੂੰ।
ਇੱਕ ਕਰਨਾ ਹੈ, ਪੂਰੇ ਇਲਾਕੇ ਨੂੰ ਸਤਨਾਮ ਦਾ ਜਾਪ ਕਰਵਾਉਣਾ ਹੈ। ਭਜਨ ਕੀਰਤਨ ਕਰ ਸੁਖ ਪਾਵੋ। ਭਜਨ ਕੀਰਤਨ ਕਰੋ ਅਤੇ ਕਰਾਵੋ ਅਤੇ ਸੁਖ ਪਾਵੋ, ਇਹਦੇ ਵਿੱਚ ਹੀ ਆਨੰਦ ਹੈ। ਨਾਮ ਦਾਨ ਇਸ਼ਨਾਨ ਦ੍ਰਿੜਾਏ। ਨਾਮ ਦਾਨ ਇਸ਼ਨਾਨ ਦ੍ਰਿੜ ਕਰਾਵੋ। ਨਾਮ ਵਿਖੇ ਸਾਰੀ ਭਗਤੀ ਆ ਗਈ, ਦਾਨ ਵਿਖੇ ਉਹਦੇ ਕੋਲ ਸਾਰਾ ਆਰਥਿਕ ਪਾਵਰ ਆ ਗਈ, ਇਕਨੋਮਿਕ ਪਾਵਰ ਦਾਨ ਵਿਖੇ ਹੈ। ਜਿਹੜਾ ਬੰਦਾ ਦਾਨ ਤਾਂ ਕਰੇਗਾ ਉਹਦਾ ਆਪਣਾ ਆਪ ਸਮਰੱਥ ਹੋਵੇਗਾ, ਉਹਦੇ ਕੋਲ ਪੈਸੇ ਹੋਣਗੇ। ਇਸ਼ਨਾਨ ਉਹੀ ਕਰਦਾ ਜਿਹੜਾ ਆਪ ਸਵਸਥ ਹੋਵੇ, ਜਿਹਨੂੰ ਕੋਈ ਰੋਗ ਨਾ ਹੋਵੇ। ਇਸ ਤਰ੍ਹਾਂ ਗੁਰਸਿੱਖ ਨਾਮ ਦਾਨ ਇਸ਼ਨਾਨ ਦਾ ਜਾਪ ਕਰਦੇ, ਇਸ਼ਨਾਨ ਕਰਦੇ ਹੋਏ ਵਾਹਿਗੁਰੂ ਜਪਦੇ ਹਨ ਤੇ ਹਰ ਵੇਲੇ ਚੜ੍ਹਦੀ ਕਲਾ ਵਿਖੇ ਰਹਿੰਦੇ ਹਨ। ਪਾਵਨ ਦੇਸ਼ ਕਰੋ ਸਭ ਜਾਏ। ਦੇਖੋ, ਨਾਮ ਜਪੋ, ਦਾਨ ਕਰੋ, ਇਸ਼ਨਾਨ ਕਰੋ, ਉਸ ਦੇਸ਼ ਨੂੰ ਪਾਵਨ ਪਵਿੱਤਰ ਕਰੋ। ਆਨ ਮਿਲੇ ਨਰ ਗਨ ਤੁਮ ਜੋਏ। ਤੁਹਾਨੂੰ ਜਿਹੜਾ ਜਿਹੜਾ ਨਰ ਮਨੁੱਖ ਆ ਕੇ ਮਿਲੇਗਾ, ਪੂਜੈ ਚਰਨ ਬਿਨੈ ਕੈ ਸੋਏ। ਉਹ ਤੁਹਾਨੂੰ ਪੂਜੇਗਾ, ਤੁਹਾਡੀ ਸੇਵਾ ਕਰੇਗਾ, ਤੁਹਾਡੇ ਮੱਥਾ ਟੇਕੇਗਾ। ਜੋ ਅੜੇ ਸੋ ਚੜੇ, ਜੋ ਸ਼ਰਨ ਪਰੇ ਸੋ ਤਰੇ। ਜਿਹੜਾ ਸ਼ਰਨ ਪਰੇਗਾ ਉਹ ਤਰ ਜਾਵੇਗਾ, ਜਿਹੜਾ ਅੜੇਗਾ ਉਹ ਝੜ ਜਾਵੇਗਾ। ਇਮ ਕੈ ਨਿਦ ਸਿਧ ਗੁਰ ਦੀਨਸ। ਇਸ ਤਰ੍ਹਾਂ ਕਹਿ ਕੇ ਸਤਿਗੁਰੂ ਸਾਹਿਬ ਜੀ ਨੇ ਸਿੱਖਾਂ ਨੂੰ ਨਿਧੀਆਂ ਬਖਸ਼ੀਆਂ, ਰਿਧੀਆਂ ਹਰ ਚੀਜ਼ ਬਖਸ਼ਤੀ ਮਹਾਰਾਜ ਜੀ ਨੇ। ਜਦੋਂ ਗੁਰੂ ਦਾ ਬਚਨ ਹੋ ਗਿਆ ਤੇ ਗੁਰਸਿੱਖਾਂ ਦੇ ਕੋਲ ਹਰ ਕਲਾ ਆ ਜਾਂਦੀ ਹੈ। ਦੇ ਬਰਦਾਨ ਵਿਦਾ ਜੁਗ ਕੀਨਸ। ਇਹਨਾਂ ਦੋਵਾਂ ਸਿੱਖਾਂ ਨੂੰ ਸਤਿਗੁਰ ਨੇ ਵਰਦਾਨ ਬਖਸ਼ਿਸ਼ ਕੇ ਵਿਦਾ ਕੀਤਾ ਹੈ। ਨਮਸਕਾਰ ਕਰ ਧਰ ਪਗ ਧਿਆਨਾ। ਇਹ ਦੋਵੇਂ ਗੁਰਸਿੱਖ ਨਮਸਕਾਰ ਕਰਕੇ ਗੁਰੂ ਚਰਨਾਂ ਦਾ ਧਿਆਨ ਧਾਰਨ ਕਰਦੇ ਹਨ। ਪ੍ਰਭ ਆਗਿਆ ਤੇ ਕੀਨਸ ਪਿਆਨਾ। ਪ੍ਰਭੂ ਦੀ ਆਗਿਆ ਰਹਿ ਕੇ ਇਹਨਾਂ ਨੇ ਪਿਆਨਾ ਕੀਤਾ ਹੈ। ਵੱਡ ਜੋਗੀ ਕੇ ਮਨ ਤੈ ਗਏ। ਜਿੱਥੇ ਜੋਗੀ ਵੱਡਾ ਰਹਿੰਦਾ ਸੀ ਤੇ ਸਭ ਤੋਂ ਪਹਿਲਾਂ ਉਹਦੇ ਮੱਠ ਵਿਖੇ ਗਏ ਹਨ। ਤਰਾਸ ਦੀਨ ਤਿਸ ਦਾਰੁਨ ਭਏ। ਜੋਗੀ ਬੜਾ ਕਲਾਵਾਨ ਸੀ, ਸ਼ਕਤੀਵਾਨ ਸੀ ਤੇ ਉਹਨੇ ਸਿੱਖਾਂ ਨੂੰ ਡਰਾਇਆ ਹੈ, ਧਮਕਾਇਆ ਹੈ। ਤਬ ਤਿਨ ਮੰਤਰ ਜੰਤਰ ਬਲ ਲਾਵਾ। ਤੇ ਉਸ ਜੋਗੀ ਨੇ ਬੜੇ ਮੰਤਰ ਜੰਤਰ ਪੜੇ, ਬੜੇ ਟੂਣੇ ਟਾਣੇ ਕੀਤੇ, ਪਰ ਸਿੱਖਾਂ ਤੇ ਕੋਈ ਅਸਰ ਨਹੀਂ ਹੋਇਆ। ਉਲਟ ਪਰਿਓ ਜੋਗੀ ਦੁਖ ਪਾਵਾ। ਜਿਨ੍ਹਾਂ ਕੋਲ ਵਾਹਿਗੁਰੂ ਮੰਤਰ ਹੈ ਉਹਨਾਂ ਸਾਹਮਣੇ ਕੋਈ ਮੰਤਰ ਅੱਗੇ ਆਉਂਦਾ ਹੀ ਨਹੀਂ, ਆਪਣੀ ਕਲਾ ਵਿਖਾਉਂਦਾ ਹੀ ਨਹੀਂ। ਸਿੱਖਾਂ ਦੇ ਕੋਲ ਵਾਹਿਗੁਰੂ ਦੀ ਕਲਾ ਹੈ, ਗੁਰੂ ਦੀ ਬਖਸ਼ਿਸ਼ ਹੈ ਤੇ ਇਹਨਾਂ ਸਿੱਖਾਂ ਦੇ ਸਾਹਮਣੇ ਉਹ ਜੋਗੀ ਹੁਣ ਨੀਵਾ ਹੋ ਗਿਆ ਹੈ। ਅਗਨ ਲਗੀ ਤਨ ਮਨੋ ਵਿਸਾਲਾ। ਉਲਟਾ ਅਸਰ ਉਸ ਤੇ ਹੋ ਰਿਹਾ ਹੈ। ਜਿਹੜੇ ਜਿਹੜੇ ਮੰਤਰ ਜੰਤਰ ਪੜੇ ਉਹਦੇ ਹਿਰਦੇ ਨੂੰ ਅੱਗ ਲੱਗ ਰਹੀ ਹੈ ਕਿ ਮੰਤਰ ਜੰਤਰ ਉਹਨੂੰ ਹੀ ਤੰਗ ਕਰ ਰਹੇ ਹਨ। ਨਿਜ ਤੇ ਬੜੋ ਜਾਨ ਤਿਸ ਕਾਲਾ। ਇਹ ਜਾਣ ਲਿਆ ਜੋਗੀ ਨੇ ਕਿ ਇਹ ਮੇਰੇ ਤੋਂ ਵੱਡੀ ਬਲਾ ਕੋਈ ਆ ਗਈ ਹੈ। ਮੈਂ ਤਾਂ ਛੋਟਾ ਜੋਗੀ ਹਾਂ, ਇਹ ਕੋਈ ਵੱਡਾ ਜੋਗੀ ਆਇਆ ਹੈ ਜਿਹਦੇ ਸਾਹਮਣੇ ਸਾਡੇ ਮੰਤਰ ਨਹੀਂ ਚੱਲ ਰਹੇ। ਪਇਓ ਮਹੰਤ ਪਲਾਵਨ ਤਬੈ। ਉਹ ਵੱਡਾ ਮਹੰਤ ਉਥੋਂ ਦੌੜਨ ਲਗਾ ਹੈ। ਜੋਗੀ ਅਪਰ ਨ ਠਹਿਰੇ ਸਬੈ। ਜਿੱਥੇ ਵੱਡਾ ਕਮਾਂਡਰ ਦੌੜ ਜਾਵੇ ਉੱਥੇ ਫੌਜ ਕੀ ਕਰਦੀ ਹੈ? ਵੱਡਾ ਜੋਗੀ ਦੌੜ ਗਿਆ ਤੇ ਛੋਟੇ ਜੋਗੀ ਆਪੇ ਹੀ ਦੌੜਨ ਲਗੇ ਹਨ। ਦੇਖ ਬਾਜ ਕੋ ਖਗ ਜਿਮ ਭਾਜ। ਜਿਵੇਂ ਕੋਈ ਬਾਜ ਆ ਜਾਵੇ ਤੇ ਬਾਜ ਨੂੰ ਵੇਖਦੇ ਸਾਰ ਛੋਟੇ ਪੰਛੀ ਆਪੇ ਦੌੜ ਜਾਂਦੇ ਹਨ। ਜਨ ਮ੍ਰਿਗ ਚਲੇ ਕੇਰੀ ਗਾਜ। ਜਦੋਂ ਸ਼ੇਰ ਗੱਜਦਾ ਹੈ, ਤੁਰਦਾ ਹੈ, ਉਹਨੂੰ ਵੇਖਦੇ ਸਾਰ ਸਭ ਛੋਟੇ ਮੋਟੇ ਪਸ਼ੂ
ਆਪੇ ਸਾਈਡ ਤੇ ਹੋ ਜਾਂਦੇ, ਆਪੇ ਦੌੜ ਜਾਂਦੇ ਹਨ। ਅੱਜ ਗੁਰੂ ਕੇ ਸਿੱਖ ਸ਼ੇਰ ਵਾਂਗ ਗਰਜਦੇ ਹਨ। ਉਹਨਾਂ ਨੂੰ ਵੇਖ ਕੇ ਇਹ ਜੋਗੀ ਆਪੇ ਦੌੜ ਰਹੇ ਹਨ। ਤਿਸ ਮਠ ਕੋ ਕਰ ਭਗਨ ਗਿਰਾਵਾ। ਤੇ ਇਹਨਾਂ ਸਿੱਖਾਂ ਨੇ ਉਹਨਾਂ ਮੱਠਾਂ ਨੂੰ ਗਿਰਾ ਦਿੱਤਾ ਹੈ। ਬਿਖ ਲੋਗਨ ਕੋ ਗਨ ਤਬ ਆਵਾ। ਉਹਨਾਂ ਨੂੰ ਵੇਖਦੇ ਸਾਰੇ ਲੋਕ ਹੀ ਆ ਗਏ, ਸਭ ਲੋਕਾਈ, ਸਭ ਲੋਕ ਆ ਕੇ ਵੇਖਦੇ ਹਨ। ਕਰ ਵਿਚਾਰ ਨਰ ਕਰਤ ਉਚਾਰੀ। ਇਹ ਸਭ ਲੋਕ ਆਪਣੇ ਮਨ ਵਿਖੇ ਵਿਚਾਰ ਕਰਦੇ ਹਨ। ਜੋਗੀ ਪੀਰ ਹਮਾਰੋ ਭਾਰੀ। ਸਾਡੇ ਜੋਗੀ, ਸਾਡੇ ਪੀਰ ਤਾਂ ਬੜੇ ਮਹਾਨ ਸਨ, ਪਰ ਇਹ ਕਿਹੜੇ ਜੋਗੀ ਹਨ ਜਿਨ੍ਹਾਂ ਸਾਹਮਣੇ ਸਾਡੇ ਜੋਗੀ ਦੌੜ ਗਏ ਹਨ। ਇਨਕੋ ਦੇਖ ਸੋ ਗਇਓ ਪਲਾਈ। ਇਹਨਾਂ ਨੂੰ ਵੇਖਦੇ ਸਾਰ ਸਾਡੇ ਜੋਗੀ ਦੌੜ ਗਏ ਹਨ। ਮਹਾਬਲੀਏ ਪਰੇ ਲਖਾਈ। ਇਹ ਤਾਂ ਕੋਈ ਮਹਾਬਲੀ ਹਨ, ਸ਼ਕਤੀਸ਼ਾਲੀ ਹਨ, ਜਿਨ੍ਹਾਂ ਸਾਹਮਣੇ ਕੋਈ ਕਲਾ ਨਹੀਂ ਚਲਦੀ। ਨਿਕਟ ਚਲੋ ਬੂਝੇ ਅਬ ਇਨੈ। ਚਲੋ ਸਾਰੇ ਲੋਕ ਇਹਨਾਂ ਕੋਲ ਚਲੀਏ, ਇਹਨਾਂ ਕੋਲ ਪੁੱਛੀਏ ਸਹੀ, ਹੈ ਇਹ ਕੌਣ ਪਠਾਏ ਕਿਨੈ। ਇਹ ਕਿੱਥੋਂ ਆਏ ਹਨ, ਇਹਨਾਂ ਨੂੰ ਕਿਹਨਾਂ ਨੇ ਭੇਜਿਆ ਹੈ। ਗੁਰ ਗੋਰਖ ਕੋ ਮਠ ਜਿਨ ਗੇਰਾ। ਐਸੇ ਰੱਬ ਦੇ ਪਿਆਰੇ ਵੱਡੇ ਕੋਈ ਪੀਰ ਹਨ ਜਿਨ੍ਹਾਂ ਨੇ ਗੁਰ ਗੋਰਖ ਕਾ ਮਠ ਗੇਰਾ, ਵੱਡੇ ਗੋਰਖ ਦਾ ਮਠ ਗੇਰ ਦਿੱਤਾ ਹੈ। ਇਹ ਕੋਈ ਮਹਾਨ ਵੱਡੇ ਜੋਗੀ ਹਨ। ਡਰੇ ਨਹੀਂ ਤਪ ਤੇਜ ਬਡੇਰਾ। ਕਿਸੇ ਤੋਂ ਡਰੇ ਨਹੀਂ। ਜੋਗੀਆਂ ਕੋਲ ਬਹੁਤ ਤੇਜ ਸੀ, ਤਪ ਸੀ, ਪਰ ਇਹ ਤਾਂ ਰੱਬ ਦੇ ਪਿਆਰੇ, ਉਹਨਾਂ ਤੋਂ ਅਗਾਹ ਲੱਗਦੇ ਹਨ। ਜਬ ਨਰ ਮਿਲ ਆਏ ਸਮੁਦਾਏ। ਜਦੋਂ ਸਾਰੇ ਮਨੁੱਖ ਇਕੱਠੇ ਹੋ ਕੇ ਇਹਨਾਂ ਗੁਰਸਿੱਖਾਂ ਦੇ ਕੋਲ ਆਏ ਹਨ। ਇਨ ਦੋਨੋਂ ਗੁਰ ਸ਼ਬਦ ਸੁਗਾਏ। ਤੇ ਇਹਨਾਂ ਸਿੱਖਾਂ ਨੇ ਗੁਰੂ ਕੇ ਸ਼ਬਦ ਨੂੰ ਗਾਇਨ ਕੀਤਾ ਹੈ। ਆਖੋ ਸਤਨਾਮ ਸ੍ਰੀ। ਆਪਣੀ ਹੋਮੈ ਨਹੀਂ ਪ੍ਰਗਟ ਕੀਤੀ ਕਿ ਮੈਂ ਕੁਝ ਹਾਂ, ਅਸੀਂ ਕੁਝ ਹਾਂ, ਨਾ, ਆਪਣੇ ਆਪ ਨੂੰ ਨੀਵਾਂ ਹੀ ਰੱਖਿਆ, ਗੁਰੂ ਸ਼ਬਦ ਨੂੰ ਗਾਇਆ। ਇਹ ਨਹੀਂ ਆਖਿਆ ਵੀ ਅਸਾਂ ਨੇ ਕੀਤਾ, ਨਹੀਂ, ਵੀ ਗੁਰੂ ਦੀ ਮਹਿਮਾ ਹੈ। ਇਹ ਬਾਰ-ਬਾਰ ਗੁਰੂ ਸ਼ਬਦਾਂ ਨੂੰ ਗਾਇਨ ਕਰਦੇ ਹਨ। ਭਜਨ ਕੀਰਤਨ ਸੁਨ ਕਰ ਸਾਰੇ। ਸਾਰੇ ਲੋਕ ਭਜਨ ਸੁਣ ਕੇ, ਕੀਰਤਨ ਸੁਣ ਕੇ ਬਹੁਤ ਨਿਹਾਲ ਹੋ ਰਹੇ ਹਨ। ਪਏ ਨਮਰ ਮੁਖ ਨਮੋ ਉਚਾਰੇ। ਸਭ ਲੋਕ ਨੀਵੇਂ ਹੋ ਗਏ ਹਨ। ਜਿਨ੍ਹਾਂ ਉੱਤੇ ਗੁਰੂ ਦੇ ਸ਼ਬਦ ਦੀ ਕਲਾ ਵਰਤ ਜਾਵੇ ਉਹ ਨੀਵਾਂ ਹੁੰਦਾ, ਅਹੰਕਾਰੀ ਨਹੀਂ ਹੁੰਦਾ। ਜਿਨ੍ਹਾਂ ਤੇ ਕਲਾ ਨਾ ਵਰਤੇ ਉਹ ਅਹੰਕਾਰੀ ਹੁੰਦੇ। ਇਹ ਬਾਹਰੀ ਮੰਤਰ ਠੀਕ ਹੈ, ਬੁਰੇ ਨਹੀਂ, ਪਰ ਗੁਰਸਿੱਖਾਂ ਲਈ ਇੱਕ ਵੱਡਾ ਮੰਤਰ ਵਾਹਿਗੁਰੂ ਮੰਤਰ ਜਿਹਦੇ ਹਿਰਦੇ 'ਚ ਵਸ ਗਿਆ ਉਹ ਨੀਵਾਂ ਹੁੰਦਾ। ਨਿਵੈ ਸੋ ਗੌਰਾ ਹੋਏ। ਜਿਤਨਾ ਨੀਵਾਂ ਉਤਨਾ ਉੱਚਾ ਹੈ। ਇਹ ਗੁਰਮੁਖ ਪਿਆਰੇ ਸ਼ਬਦ ਨੂੰ ਗਾਇਨ ਕਰਦੇ ਹਨ। ਜਿਹੜੇ ਲੋਕ ਸੁਣਦੇ ਹਨ ਉਹਨਾਂ ਦਾ ਹਿਰਦਾ ਸ਼ੁੱਧ ਹੁੰਦਾ ਹੈ। ਪ੍ਰੇਮ ਬਦਿਓ ਸਭ ਪਾਓ ਕਰੰਤੇ। ਇਹਨਾਂ ਲੋਕਾਂ ਦੇ ਮਨ ਵਿਖੇ ਪ੍ਰੇਮ ਵੱਧ ਰਿਹਾ ਹੈ। ਗੁਰ ਸ਼ਬਦ ਨੂੰ ਸੁਣਦੇ ਸਾਰ ਇਹ ਬਹੁਤ ਪ੍ਰੇਮ ਕਰਦੇ ਹਨ ਤੇ ਅੰਦਰ ਸਿੱਖੀ ਦੀ ਪੈਦਾਇਸ਼ ਹੋ ਰਹੀ ਹੈ। ਨਿਕਟ ਹੋਏ ਇੱਕ ਮਨੇ ਸੁਨੰਤੇ। ਨੇੜੇ ਹੋ ਕੇ ਇੱਕ ਮਨ ਸ਼ਬਦ ਨੂੰ ਸੁਣਦੇ ਹਨ। ਵੀ ਸ਼ਬਦ ਵਿਖੇ ਕਲਾ ਕੀ ਹੈ? ਬੜੀ ਸ਼ਾਂਤੀ ਸ਼ਬਦ ਵਿਖੇ, ਗੁਰਬਾਣੀ ਵਿਖੇ ਜੋ ਸ਼ਾਂਤੀ ਹੈ, ਜੋ ਆਨੰਦ ਹੈ, ਹੋਰ ਕੋਈ ਆਮ ਕਵਿਤਾ ਵਿੱਚ ਨਹੀਂ। ਇਹ ਵੱਡੀ ਰੱਬੀ रूहानी कविता है। ये तो गुरु की बाणी, धुर की बाणी है। जिस करके सतगुरु जी फरमान कर दे, धुर की बाणी आई तिन सगली चिंत मिटाई, दयाल पुरख मेहरबाना हर नानक साच वखाना। ये सच कला है। जेड़ा जेड़ा गुरबाणी नूं सुनदा है ਉਹਦਾ ਹਿਰਦਾ ਨੀਵਾ ਹੁੰਦਾ ਹੈ, ਉਹਦੇ ਮਨ ਵਿਖੇ ਗੁਰੂ ਸ਼ਬਦ ਦੀ ਕਲਾ ਵਰਤਦੀ ਹੈ। ਸਤਿਗੁਰ ਬਰਤੇ ਭੇ ਸਿਖਾਏ,
ਸਤਨਾਮ ਇਨ ਮੰਤਰ ਦ੍ਰਿੜਾਏ। ਸਤਿਗੁਰ ਦਾ ਰੂਪ ਹੀ ਧਾਰਨ ਕਰਕੇ ਗੁਰਸਿੱਖ ਆਏ ਹਨ ਤੇ ਇਹਨਾਂ ਗੁਰਸਿੱਖਾਂ ਨੇ ਗੁਰਸ਼ਬਦ ਨੂੰ ਸਭ ਨੂੰ ਸੁਣਾਇਆ ਹੈ। ਜਿਨ੍ਹਾਂ ਨੇ ਸ਼ਬਦ ਸੁਣਿਆ ਹੈ ਉਹ ਸਭ ਨਿਹਾਲ ਹੋ ਰਹੇ ਹਨ। ਗੁਰਮੁਖ ਭਏ ਭਗਤ ਕੋ ਲਾਗੇ, ਦੀਰਘ ਭਾਗ ਪਾਲ ਜਿਨ ਜਾਗੇ। ਸੁਣਦੇ ਸਾਰ ਸ਼ਬਦ ਨੂੰ ਗੁਰਮੁਖ ਬਣ ਗਏ। ਦੇਖੋ ਇੱਥੇ ਕਲਾ, ਕੋਈ ਲਿਬਾਸ ਨਹੀਂ ਧਾਰਨ ਕੀਤਾ, ਸ਼ਬਦ ਨੂੰ ਸੁਣਿਆ ਹੀ ਹੈ। ਜਿਨ੍ਹਾਂ ਨੇ ਸ਼ਬਦ ਨੂੰ ਸੁਣ ਲਿਆ ਉਹ ਗੁਰਮੁਖ ਬਣ ਗਏ। ਸੁਣਿਆ ਸਿੱਧ ਪੀਰ ਸੁਰਨਾਥ, ਸੁਣਦੇ ਸਾਰ ਸਿੱਧੀਆਂ ਆ ਗਈਆਂ, ਵੱਡੇ ਪੀਰ ਬਣ ਗਏ, ਦੇਵਤੇ ਬਣ ਗਏ, ਨਾਥ ਪਰਮਾਤਮਾ ਸਰੂਪ ਹੀ ਬਣ ਗਏ। ਇਹਨਾਂ ਸਿੱਖਾਂ ਦੇ ਅੰਦਰ ਭਾਵੇਂ ਆਮ ਲੋਕ ਸਨ, ਜਦੋਂ ਸ਼ਬਦ ਨੂੰ ਸੁਣਿਆ ਗੁਰਸਿੱਖੀ ਦੀ ਕਲਾ ਜਾਗ ਪਈ, ਗੁਰਮੁਖ ਬਣ ਗਏ ਹਨ। ਐਸੇ ਇਹ ਲੋਕ ਜਿਨ੍ਹਾਂ ਨੂੰ ਸਤਿਗੁਰ ਨੇ ਆਪ ਬਖਸ਼ਿਆ ਹੈ, ਆਪ ਬਖਸ਼ਿਸ਼ ਕੀਤੀ ਹੈ। ਮਨ ਬਾਛਤ ਕੋ ਜਾਚਤ ਜਬੈ, ਇਨ ਬਰਤੇ ਪ੍ਰਾਪਤ ਹੋਏ ਤਬੈ। ਗੁਰੂ ਦੀ ਤਾਂ ਕੀ ਕਲਾ, ਗੁਰਸਿੱਖਾਂ ਅੰਦਰ ਸਤਿਗੁਰ ਵਰਤੈ। ਗੁਰਸਿੱਖਾਂ ਅੰਦਰ ਸਤਿਗੁਰ ਜੀ ਆਪ ਪ੍ਰਗਟ ਹੋ ਕੇ ਵਰਤਦੇ ਹਨ ਤੇ ਇਹਨਾਂ ਸਿੱਖਾਂ ਤੋਂ ਜੋ ਜੋ ਮੰਗਦਾ ਹੈ ਸਿੱਖ ਸਭ ਦੀਆਂ ਮਨੋਕਾਮਨਾ ਪੂਰੀਆਂ ਕਰਦੇ, ਗੁਰੂ ਕਿਰਪਾ ਸਦਕਾ। ਧਰਮਸਾਲ ਸੁੰਦਰ ਬਨਵਾਈ, ਸਤ ਸੰਗਤ ਨਿਤਵੈ ਸਮੁਦਾਈ। ਇਹਨਾਂ ਗੁਰਸਿੱਖਾਂ ਨੇ ਵੱਡਾ ਕਾਰਜ ਇਹ ਕੀਤਾ ਕਿ ਸਭ ਤੋਂ ਪਹਿਲਾਂ ਧਰਮਸ਼ਾਲਾ ਬਣਵਾਈ। ਧਰਮਸਾਲ ਧਰਮ ਦਾ ਘਰ, ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਿਸੋਆ। ਵੀ ਹਰ ਗੁਰਸਿੱਖ ਦਾ ਘਰ ਗੁਰੂ का द्वारा है, गुरु की धर्मशाला है। हर गुरसिख ਦਾ ਹਿਰਦਾ ਜਿੱਥੇ ਜੋਗ ਜਗ ਰਹੀ ਹੈ ਗੁਰਸਿੱਖ ਦੀ, ਉੱਥੇ ਉਹ ਗੁਰੂ का ਗੁਰਦੁਆਰਾ ਹੈ। ਘਰ ਦੇ ਘਰ ਤਾਂ ਹੁੰਦੇ ਰਹਿਣਗੇ, ਪਰ ਜਿਹਦੇ ਹਿਰਦੇ ਵਿਖੇ ਗੁਰੂ का ਸ਼ਬਦ ਜਾਗ ਪਿਆ, ਧਰਮ ਦੀ ਜੋਤੀ ਜਾਗ ਪਈ, ਉਹਦਾ ਘਰ ਧਰਮਸ਼ਾਲਾ ਹੀ ਹੈ। ਜਿੱਥੇ ਕੋਈ ਗਿਆਨ ਕਮਾਇਆ ਜਾ ਰਿਹਾ ਹੈ, ਧਰਮ ਦੀ ਕਿਰਤ ਹੋ ਰਹੀ ਹੈ, ਦਇਆ ਭਾਵਨਾ ਹੈ, ਉਹ ਗੁਰਸਿੱਖ ਦਾ ਹਿਰਦਾ ਹੀ ਗੁਰਦੁਆਰਾ ਹੈ। ਉਹੀ ਹਰਮੰਦਰ ਹੈ। ਹਰਮੰਦਰ ਇਹੋ ਸਰੀਰ ਹੈ, ਹਰ ਵਸਿਆ ਜਿਸ ਨਾਲੇ। ਵੀ ਹਰੀ ਮੰਦਰ ਕੋਈ ਵੱਖਰੀ ਬਿਲਡਿੰਗ ਨਹੀਂ। ਠੀਕ ਹੈ, ਬਿਲਡਿੰਗ ਬਣੀਆਂ ਨਾ ਸੰਗਤ ਲਈ, ਸਿੱਖਿਆ ਲਈ, ਪਰ ਸਤਿਗੁਰ ਸਿੱਖਿਆ ਇਹੀ ਦੇ ਰਹੇ, ਗੁਰੂ ਕੇ ਪਿਆਰਿਓ, ਇਹ ਸਰੀਰ ਅੰਦਰ ਹਰੀ ਆਪ ਨਿਵਾਸ ਕਰਦਾ ਹੈ। ਇਹ ਸਰੀਰ ਤੁਹਾਡਾ ਗੁਰਦੁਆਰਾ ਹੈ, ਸਰੀਰ ਹੀ ਧਰਮਸ਼ਾਲਾ ਹੈ। ਤੇ ਇਹਨਾਂ ਗੁਰਸਿੱਖਾਂ ਨੇ ਸਭ ਤੋਂ ਪਹਿਲਾਂ ਵੱਡਾ ਕਾਰਜ ਕੀਤਾ ਹੈ। ਉਸ ਇਲਾਕੇ ਵਿਖੇ ਰੱਬ ਦੀ ਧਰਮਸ਼ਾਲਾ ਬਣਵਾਈ, ਜਿੱਥੇ ਸਭ ਲੋਕ ਇਕੱਠੇ ਹੋ ਕੇ ਪਰਮਾਤਮਾ ਦੀ ਵਡਿਆਈ ਕਰਦੇ ਹਨ। ਅਪਰ ਹੋਤੇ ਮਠ ਜਿਸ ਜਿਸ ਥਾਨ, ਔਰ ਜਿਸ ਜਿਸ ਜਗ੍ਹਾ ਤੇ ਕੋਈ ਮਠ ਹੈਗੇ ਸਨ, ਕਰ ਕਰ ਭਗਨ ਦਏ ਬਚਮਾਨ। ਉਹਨਾਂ ਲੋਕਾਂ ਨੇ ਇਹਨਾਂ ਸਿੱਖਾਂ ਦਾ ਬਚਨ ਮੰਨ ਕੇ ਸਭ ਕੁਝ ਢਾ ਦਿੱਤਾ। ਠੀਕ ਹੈ, ਮਠ ਬੁਰੇ ਨਹੀਂ, ਮਠ ਆਖਦੇ ਮਕਾਨ ਨੂੰ, ਪਰ ਜਿਸ ਮਠ ਦੁਆਰਾ ਗੁਰੂ ਤੋਂ ਬੇਮੁਖ ਕੀਤਾ ਜਾਵੇ ਉਹ ਚੀਜ਼ ਬੁਰੀ ਹੈ। ਜਿਸ ਮੰਤਰ ਤੋਂ, ਜਿਸ ਸਿੱਖਿਆ ਤੋਂ ਗੁਰੂ ਤੋਂ ਬੇਮੁਖਤਾ ਮਿਲੇ ਉਹ ਚੀਜ਼ ਬੁਰੀ ਹੈ। ਇਹ ਮਠ ਭਾਵੇਂ ਠੀਕ ਸਨ, ਪਰ ਇੱਥੇ ਉਹ ਜੋਗੀ ਆਪਣੇ ਨਾਲ ਜੋੜ ਰਹੇ ਸਨ। ਸਾਡੀ ਪੂਜਾ ਕਰੋ, ਸਾਡੇ ਕੋਲ ਜੰਤਰ ਮੰਤਰ ਹਨ, ਪਰ ਇਹਨਾਂ ਸਿੱਖਾਂ ਦੇ ਬਚਨਾਂ ਅਨੁਸਾਰ ਉਹਨਾਂ ਰੱਬ ਦੇ ਪਿਆਰਿਆਂ ਨੇ ਮਠਾਂ ਨੂੰ ਤੋੜ ਦਿੱਤਾ ਹੈ। ਤਹਾਂ ਧਰਮਸ਼ਾਲਾ ਬਣਵਾਏ, ਉੱਥੇ ਸਭ ਤੋਂ ਪਹਿਲਾਂ ਧਰਮਸ਼ਾਲਾ ਬਣਵਾਈ ਹੈ। ਨਾਮ ਦਾਨ ਇਸ਼ਨਾਨ ਦ੍ਰਿੜਾਏ, ਤੇ ਗੁਰੂ ਕੇ ਪਿਆਰੇ ਸਾਰੇ ਮਿਲ ਕੇ ਹੀ ਨਾਮ ਨੂੰ ਦ੍ਰਿੜ ਕਰਦੇ। ਆਖੋ ਸਤਨਾਮ ਸ੍ਰੀ। ਜਪਦੇ ਸਾਰੇ ਹੀ ਥੋੜਾ ਬਹੁਤਾ, ਪਰ ਦ੍ਰਿੜ ਕਰਨਾ, ਪੱਕਾ, ਐਨ ਪ੍ਰਪੱਕ ਹੋ ਜਾਵੇ। ਉਹ ਤਾਂ ਪ੍ਰਪੱਕ ਤਾਂ ਹੀ ਹੈ ਜਦੋਂ ਹਿਰਦੇ ਵਿਖੇ ਆਪੇ ਹੀ ਨਾਮ ਦੀ ਲੜੀ ਚੱਲਦੀ ਰਹੇ।
ਗੁਰਮੁਖ ਰੋਮ ਰੋਮ ਹਰ ਧਿਆਵੈ। ਗੁਰਮੁਖਾਂ ਦੇ ਰੋਮ ਰੋਮ ਵਾਹਿਗੁਰੂ ਵਾਹਿਗੁਰੂ ਜਪਦੇ ਰਹਿਣ। ਇਹ ਨਾਮ ਨੂੰ ਦ੍ਰਿੜ ਕਰਨਾ। ਫਿਰ ਦਾਨ ਦ੍ਰਿੜ ਕਰਨਾ। ਦਸਾਂ ਨੋਹਾਂ ਦੀ ਕਿਰਤ ਕਰਦੇ ਹੋਏ 10ਵਾਂ ਹਿੱਸਾ ਗੁਰਸਿੱਖਾਂ ਦੇ, ਰੱਬ ਦੇ ਪਿਆਰਿਆਂ ਦੇ, ਗਰੀਬਾਂ ਦੇ ਨਿਮਿਤ ਕੁਝ ਦੇਣਾ, ਦੂਜੇ ਦਾ ਭਲਾ ਹੋ ਜਾਵੇ, ਪਰਉਪਕਾਰ ਕਰਨਾ। ਨਾਮ ਜਪ ਕੇ, ਕੀਰਤੀ ਜਪ ਕੇ ਕੀਰਤੀ ਨੂੰ ਅਗਾਹ ਫੈਲਾਉਣਾ, ਇਹ ਵੀ ਦਾਨ ਹੈ। ਕੀਰਤੀ ਜਿਹੜਾ ਗੁਰਸਿੱਖ ਨਾਮ ਜਪ ਰਿਹਾ ਉਹ ਜਪਾਵੇ ਵੀ ਅੱਗੇ। ਜਿਹਨੂੰ ਕੁਝ ਗਿਆਨ ਹੈ ਉਹ ਗਿਆਨ ਅਗਾਹ ਦੇਵੇ, ਉਹਦਾ ਇਹੀ ਦਾਨ ਹੋ ਰਿਹਾ। ਇਹੀ ਉਹਦੀ ਕੀਰਤ ਹੈ, ਇਹੀ ਉਹਦੀ ਕੀਰਤੀ ਹੈ। ਤੇ ਨਾਲ ਇਸ਼ਨਾਨ ਦ੍ਰਿੜ ਕਰਨਾ ਕਿ ਅੰਮ੍ਰਿਤ ਵੇਲੇ ਇਸ਼ਨਾਨ ਗੁਰਸਿੱਖ ਪਿਆਰੇ ਰੋਜ਼ ਦ੍ਰਿੜ ਕਰਦੇ, ਉੱਠਣਾ ਹੀ ਉੱਠਣਾ ਹੈ। ਤੇ ਇਹ ਉਹਨਾਂ ਅੰਦਰ ਇੱਕ ਪ੍ਰਤੱਖ ਕਲਾ ਆ ਗਈ ਹੈ। ਜੰਤਰ ਮੰਤਰ ਤੈ ਤੇ ਕਰ ਦੂਰ। ਉਹਨਾਂ ਲੋਕਾਂ ਨੂੰ ਇਹਨਾਂ ਸਿੱਖਾਂ ਨੇ ਇਸ ਪਾਖੰਡ ਤੋਂ ਦੂਰ ਕੀਤਾ। ਜੰਤਰ ਮੰਤਰ ਤੇ ਕਰ ਦੂਰ, ਦੂਰ ਕਰਤਾ। ਉਹਨਾਂ ਦੇ ਖਿਆਲ ਨੂੰ, ਉਹਨਾਂ ਦੀ ਬਿਰਤੀ ਨੂੰ ਇਹਨਾਂ ਮੰਤਰਾਂ ਤੋਂ ਦੂਰ ਕੀਤਾ ਹੈ। ਦੇਸ਼ ਬਿਦਤ ਸਿੱਖੀ ਸੁਖ ਪੂਰ। ਉਸ ਇਲਾਕੇ ਵਿਖੇ ਸਿੱਖੀ ਨੂੰ ਭਰਪੂਰ ਕੀਤਾ ਹੈ। ਹਰ ਇਨਸਾਨ ਹੁਣ ਸਿੱਖ ਬਣ ਗਿਆ। ਦੇਖੋ ਗੁਰੂ ਨਾਨਕ ਪਾਤਸ਼ਾਹ ਦੀ ਸਿੱਖੀ ਕਿਸ ਕਿਸ ਥਾਂ ਤੇ ਹੈ। ਜਿੱਥੇ ਜਿੱਥੇ ਗੁਰੂ ਕੇ ਸਿੱਖ ਵੀ ਗਏ, ਰੱਬ ਦੇ ਪਿਆਰੇ 22 ਮੰਜੀਆਂ ਦੇ ਪ੍ਰਚਾਰਕ ਗਏ, ਉੱਥੇ ਉਹਨਾਂ ਨੇ ਸਿੱਖੀ ਦਾ ਫੈਲਾਵ ਕੀਤਾ ਹੈ। ਦੁਰਮਤ ਸਭ ਕੀ ਕੀਨ ਵਿਨਾਸ਼। ਜਿਹੜੇ ਜਿਹੜੇ ਦੁਰਮਤ ਵਾਲੇ ਦੁਰਮਤੀਏ ਸਨ, ਦੁਰਮਤ ਜਿਨ੍ਹਾਂ ਦੀ ਮਤ ਵਿਖੇ ਦੁਸ਼ਟ ਭਾਵਨਾ ਪੈ ਜਾਵੇ ਉਹ ਦੁਰਮਤ, ਬੁੱਧੀ ਵਿਖੇ ਕੂੜ ਭਾਵਨਾ ਪੈ ਗਈ ਉਹ ਦੁਰਮਤ, ਗੁਰੂ ਦੀ ਮਤ ਉਲਟ ਹੋ ਗਏ ਉਹ ਦੁਰਮਤ, ਆਪਣੇ ਆਤਮ ਸਰੂਪ ਤੋਂ ਭੁੱਲ ਗਏ ਉਹ ਦੁਰਮਤ। ਇਹਨਾਂ ਦੁਰਮਤ ਤੋਂ ਦੂਰ ਕੀਤਾ। ਉਹਨਾਂ ਸਭ ਰੱਬ ਦੇ ਪਿਆਰਿਆਂ ਨੂੰ ਦੁਰਮਤ ਤੋਂ ਪਰੇ ਕਰਕੇ ਗੁਰਮਤ ਨਾਲ ਜੋੜਿਆ ਹੈ। ਪੂਰਤ ਪਏ ਸਭਨ ਕੀ ਆਸ। ਉਹਨਾਂ ਸਭ ਰੱਬ ਦੇ ਪਿਆਰਿਆਂ ਦੀ ਆਸਾਂ ਪੂਰੀਆਂ ਹੋ ਰਹੀਆਂ ਹਨ। ਅਜ ਮਤ ਆਪਣੀ ਦੇ ਦਿਖਰਾਏ। ਗੁਰੂ ਕੇ ਸਿੱਖ ਗੁਰੂ ਦੀ ਕਿਰਪਾ ਸਦਕਾ ਉਹਨਾਂ ਨੂੰ ਕਲਾ ਵਿਖਾਉਂਦੇ ਹਨ। ਕਿਸੇ ਨੂੰ ਪਹਿਲਾਂ ਜੋੜਨਾ ਹੋਵੇ ਕਲਾ ਵਿਖਾਣੀ ਜਾਇਜ਼ ਹੈ, ਪਰ ਕਲਾ ਵਿਖਾਈ ਕਿਹੜੀ? ਗੁਰਮੰਤਰ ਦੀ ਕਲਾ। ਵੀ ਗੁਰੂ ਕੇ ਪਿਆਰਿਓ ਗੁਰਮੰਤਰ ਦਾ ਜਾਪ ਕਰੋ, ਤੁਹਾਨੂੰ ਸਭ ਕੁਝ ਮਿਲੇਗਾ। ਪਰੇ ਚਰਨ ਮਾਨਵ ਸਮੁਦਾਏ। ਸਭ ਮਨੁੱਖ ਆ ਕੇ ਇਹਨਾਂ ਸਿੱਖਾਂ ਤੇ ਚਰਨ ਬੰਦਨਾ ਕਰਦੇ ਹਨ। ਪਾਤ ਅਨੇਕਨ ਅਰਪ ਉਪਾਇਨ। ਆਪਣੀਆਂ ਆਪਣੀਆਂ ਭਟਾਵਾਂ ਅਰਪਣ ਕਰਦੇ ਹਨ ਗੁਰੂ ਖਾਤਰ। ਸਤ ਸੰਗਤ ਦੇ ਭੋਜਨ ਆਇਨ। ਇਹ ਗੁਰਮੁਖ ਪਿਆਰੇ ਮਿਲ ਕੇ ਸੰਗਤ ਵਿਖੇ ਨਾਲ ਫਿਰ ਪੰਗਤ ਵੀ ਕਰਦੇ ਨੇ। ਇਹ ਦੋ ਕਲਾ ਦ੍ਰਿੜ ਕਰਵਾਈਆਂ, ਸੰਗਤ ਅਤੇ ਪੰਗਤ, ਵੀ ਇੱਥੇ ਬਹਿ ਕੇ ਵਿਤਕਰਾ ਖਤਮ ਹੋਵੇ। ਜਿਹੜਾ ਵੀ ਬੰਦਾ ਲੰਗਰ ਛਕਣ ਬੈਠੇ ਉਹਦੇ 'ਚ ਵੈਰ ਭਾਵਨਾ ਰਵੇ ਕਿ ਮੈਂ ਛੋਟਾ ਵਾਂ, ਮੈਂ ਵੱਡਾ ਵਾਂ। ਤੇ ਸੰਗਤ ਵਿਖੇ ਆ ਕੇ ਇੱਕ ਰੱਬ ਨਾਲ ਜੋੜਨਾ ਹੈ, ਆਪਣੀ ਸੁਰਤੀ ਨੂੰ ਜੋੜਨਾ ਹੈ। ਇਹ ਦ੍ਰਿੜ ਕੀਤਾ ਹੈ। ਸਗਰੋ ਦੇਸ਼ ਨਿਹਾਲ ਵਿਸਾਲੇ। ਅੱਜ ਸਾਰਾ ਦੇਸ਼, ਸਭ ਇਲਾਕਾ ਨਿਹਾਲ ਨਿਹਾਲ ਹੋਇਆ ਹੈ। ਗੁਰ ਸਿੱਖੀ ਕੈ ਮਾਰਗ ਚਾਲੇ। ਉਹ ਸਾਰੇ ਰੱਬ ਦੇ ਪਿਆਰੇ ਗੁਰਸਿੱਖੀ ਕੇ ਮਾਰਗ ਚਾਲੇ। ਗੁਰਸਿੱਖੀ ਦਾ ਰਸਤਾ ਬਹੁਤ ਬਰੀਕ ਹੈ, ਕਹਿਣਾ ਸੌਖਾ ਹੈ, ਪਰ ਖੰਨਿਓ ਧਾਰ ਗਲੀ ਅਤ ਭੇੜੀ। ਖੰਡੇ ਦੀ ਧਾਰ ਕਿਤਨੀ ਬਰੀਕ ਹੈ, ਪਰ ਜਿੱਥੇ ਮਨ ਨੇ ਤੁਰਨਾ ਹੈ ਉਹ ਗੁਰਸਿੱਖ ਬੜੀ ਬਰੀਕ ਹੈ। ਉਹੀ ਜਾਣਦੇ ਹਨ ਭਾਈ ਮੰਝ ਵਰਗੇ, ਜਿਨ੍ਹਾਂ ਨੇ ਸਿੱਖੀ ਦੀ ਪਰਖ ਤੇ ਆਪਣਾ ਆਪ ਕੁਰਬਾਨ ਕੀਤਾ, ਸਾਡੇ ਖਾਤਰ ਵਰ ਮੰਗਿਆ ਸਤਿਗੁਰ ਸਾਹਿਬ ਜੀ ਤੋਂ। ਮਹਾਰਾਜ ਕਲਯੁਗ ਦੇ ਸਿੱਖ ਇਤਨੇ ਕਲਾਵਾਨ ਨਹੀਂ ਹੋਣਗੇ, ਸ਼ਕਤੀ ਨਹੀਂ ਹੋਵੇਗੀ ਉਹਨਾਂ ਅੰਦਰ, ਸਤਿਗੁਰ ਜੀ ਉਹਨਾਂ ਨੂੰ ਮਾਫ ਕਰ ਦੋ, ਉਹਨਾਂ ਨੂੰ ਇੱਕ ਕਲਾ ਨਾ ਵਿਖਾਣਾ। ਐਸੇ ਗੁਰਸਿੱਖ ਅਨੇਕਾਂ ਹੀ ਹੋਏ ਜਿਨ੍ਹਾਂ ਨੇ ਸਾਡੇ ਖਾਤਰ ਸਿੱਖੀ ਨੂੰ ਕਮਾਇਆ।
ਵਾਲੋਂ ਨਿੱਕੀ, ਵਾਲ ਤੋਂ ਵੀ ਕਈ ਗੁਣਾ ਬਰੀਕ ਨਿੱਕੀ ਹੈ। ਇਹ ਗੁਰੂ ਕੀ ਸਿੱਖੀ ਹੈ। ਜਿੱਥੇ ਸ਼ਬਦ ਦੁਆਰਾ ਸੁਰਤੀ ਨੇ ਤੁਲਣਾ ਹੈ, ਧੰਨ ਉਹ ਗੁਰਸਿੱਖ ਜਿਨ੍ਹਾਂ ਅੰਦਰ ਸੁਰਤੀ ਜਾਗ ਪਈ ਹੈ। ਫਿਰੇ ਕਟਾਰੇ ਇਸ ਬਿਦ ਦੇਸ਼, ਸਤ ਨਾਮ ਦੀਨਸੀ ਉਪਦੇਸ਼। ਇਸ ਤਰ੍ਹਾਂ ਭਾਈ ਫਿਰਿਆ ਅਤੇ ਭਾਈ ਕਟਾਰੇ ਨੇ ਆਪਣੇ ਇਲਾਕੇ ਵਿਖੇ ਸਤ ਨਾਮ ਦਾ ਉਪਦੇਸ਼ ਦ੍ਰਿੜ ਕਰਵਾਇਆ ਹੈ। ਕਬ ਕਬ ਦਰਸ਼ਨ ਗੁਰ ਕੋ ਆਵੇ, ਭਾਵੇਂ ਗੁਰਸਿੱਖ ਬਣ ਵੀ ਗਏ ਪਰ ਫਿਰ ਵੀ ਗੁਰੂ ਦਰਸ਼ਨ ਨੂੰ ਜ਼ਰੂਰ ਆਉਂਦੇ ਹਨ। ਕਬ ਕਬ ਗੁਰ ਦਰਸ਼ਨ ਕੋ ਆਵੇ, ਕਦੀ ਕਦੀ, ਕਿਉਂਕਿ ਦੂਜੇ ਪਾਸੇ ਪ੍ਰਚਾਰ ਕਰਨਾ ਹੈ, ਕਿਸੇ ਨੂੰ ਜੋੜਨਾ ਹੈ, ਤੇ 6 ਮਹੀਨੇ ਬਾਅਦ ਤਕਰੀਬਨ ਗੁਰੂ ਦਰਸ਼ਨ ਨੂੰ ਜ਼ਰੂਰ ਆਉਂਦੇ ਹਨ। ਪੂਜਨ ਕਰ ਪੁਨ ਤਾਂ ਸਿਧਾਵੇ, ਗੁਰੂ ਦੀ ਪੂਜਾ ਕਰਕੇ ਫਿਰ ਆਪਣੇ ਇਲਾਕੇ ਵਿਖੇ ਚਲੇ ਜਾਂਦੇ ਤੇ ਉੱਥੇ ਫਿਰ ਸ਼ਬਦ ਦਾ ਹੀ ਪ੍ਰਚਾਰ ਕਰਦੇ। ਇਹ ਹਰ ਗੁਰਸਿੱਖ ਦਾ ਫਰਜ਼ ਹੈ ਕਿ ਜਿਹੜਾ ਗੁਰਸਿੱਖ ਆਪ ਜਪਦਾ ਹੈ ਦੂਜੇ ਨੂੰ ਜਪਾਵੇ ਵੀ, ਆਪ ਗਿਆਨ ਜਾਣਦਾ ਹੈ ਗਿਆਨ ਦੇਵੇ ਵੀ। ਹਰ ਗੁਰਸਿੱਖ ਪ੍ਰਚਾਰਕ ਹੈ ਜਿਹੜਾ ਸ਼ਬਦ ਦਾ ਪ੍ਰਚਾਰ ਕਰੇ, ਆਪਣੇ ਨਾਲ ਨਾ ਜੋੜੇ, ਕੇਵਲ ਗੁਰ ਸ਼ਬਦ ਨਾਲ ਜੋੜੇ। ਇਸ ਤਰ੍ਹਾਂ ਇਹਨਾਂ ਸਿੱਖਾਂ ਨੇ ਹਰ ਇੱਕ ਨੂੰ ਸ਼ਬਦ ਨਾਲ ਜੋੜਿਆ ਹੈ। ਸਤਿਗੁਰ ਬਖਸ਼ਿਸ਼ ਕਰਨ ਸਾਡਾ ਮਨ ਜੁੜ ਜਾਵੇ। ਇਤਨੀਆਂ ਹੀ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ ਜੀ। ਅੱਖਰਵਾਦ ਕਾ